ਵਾਹਿਗੁਰੂ ਜੀ। हे प्राण नाथ गोविंदे, कृपा निधान जगत गुरु। हे संसार ताप हरने, करुणा मैं सब दुख हरो। हे शरण जोग दयाले, दीना नाथ मया करो। शरीर स्वस्थ खीन समय, सिमरंत नानक राम दामोदर माधवे। नाहं जति सती नहीं पड़े, मूर्ख मुगदा जन्म पया। प्रणवत नानक तिन की सरना, जिन तू नाही बिसरिया। सतनाम श्री वाहिगुरु जी। ਭਰੀਆ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰਸ ਖੇਹ। ਮੂਤ ਪਲੀਤੀ ਕਪੜ ਹੋਏ, ਦੇ ਸਾਬੂਨ ਲਈਆ ਉਹ ਧੋਏ। ਭਰੀਆ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰਸ ਖੇਹਾ। ਮੂਤ ਪਲੀਤੀ ਕਪੜ ਹੋਏ, ਦੇ ਸਾਬੂਨ ਲਈਆ ਉਹ ਧੋਏ। ਭਰੀਆ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਹੇ, ਕਾਰ ਕਰ ਕਰਨਾ ਲਿਖ ਲੈ ਜਾਹੋ। ਆਪੇ ਬੀਜ ਆਪੇ ਹੀ ਖਾਹੋ। ਨਾਨਕ ਹੁਕਮੀ ਆਵਹੁ ਜਾਹੋ। ਕਰ ਕਰ ਕਰਨਾ ਲਿਖ ਲੈ ਜਾਹੋ। ਆਪੇ ਬੀਜ ਆਪੇ ਹੀ ਖਾਹੋ। ਨਾਨਕ ਹੁਕਮੀ ਆਵਹੁ ਜਾਹੋ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗ ਜੁਗ ਅਟਲ ਤਖਤ ਚੌਰ ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਧਰ ਤੋਂ ਉਪਰੰਤ ਸਜੇ ਹੋਏ ਦੀਵਾਨਾਂ ਦੇ ਵਿੱਚ ਆਪ ਸੰਗਤ ਜੀ ਹਾਜ਼ਰੀਆਂ ਭਰ ਕੇ ਮਾਲਕ ਵੱਲੋਂ ਦਿੱਤੀ ਗਈ ਜੋ ਸਵਾਸਾਂ ਦੀ ਸਾਨੂੰ ਪੂੰਜੀ ਹੈ ਉਸ ਨੂੰ ਸਫਲਾ ਕਰਨ ਦਾ ਇੱਕ ਉੱਤਮ ਉਪਰਾਲਾ ਆਪ ਜੀ ਰੋਜ਼ਾਨਾ ਕਰਦੇ ਹੋ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਬਾਣੀ ਸ਼੍ਰੀ ਜਪਜੀ ਸਾਹਿਬ, ਜਿਸ ਦੀਆਂ 19 ਪੌੜੀਆਂ ਤੱਕ ਆਪਾਂ ਵਿਚਾਰ ਕੱਲ ਤੱਕ ਜਿਹੜੀ ਹੈ ਉਹ ਸਰਵਣ ਕੀਤੀ ਹੈ। 20ਵੀਂ ਪੌੜੀ ਦਾ ਪਾਠ ਜੋ ਹੈ ਆਪਨੇ ਮੂਲ ਰੂਪ ਦੇ ਵਿੱਚ ਜੋ ਹੈ ਸਰਵਣ ਕੀਤਾ। ਸਤਿਗੁਰੂ ਮਹਾਰਾਜ ਪਾਤਸ਼ਾਹ ਦੀ ਬਖਸ਼ਿਸ਼ ਕਰਨ ਆਪਾਂ ਜੋ ਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਉਪਦੇਸ਼ ਕਰਦੇ ਪਏ ਨੇ, ਔਰ ਘੱਟ ਤੋਂ ਘੱਟ ਜੇਕਰ ਅਸੀਂ ਜਪਜੀ ਸਾਹਿਬ ਜੀ ਨੂੰ ਚੰਗੀ ਤਰ੍ਹਾਂ ਨਿੱਠ ਕਰਕੇ ਬੈਠ ਕਰਕੇ ਵਿਚਾਰ ਕਰਕੇ ਸਮਝ ਲਈਏ ਤੇ ਸ਼ਬਦ ਤੇ ਸੁਰਤ ਦੇ ਸੁਮੇਲ ਦੇ ਨਾਲ ਜਪਜੀ ਨੂੰ ਪੜ੍ਹਨਾ ਸ਼ੁਰੂ ਕਰ ਦਈਏ, ਬਹੁਤ ਸਾਰੀਆਂ ਐਸੀਆਂ ਅਗੰਮੀ ਖੇਡਾਂ ਨੇ ਜਿਹੜੀਆਂ ਜਪਜੀ ਸਾਹਿਬ ਪੜ੍ਹਨ ਦੇ ਨਾਲ ਹੀ ਪ੍ਰਾਪਤ ਹੋ ਜਾਂਦੀਆਂ ਨੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰਨ, ਆਪਾਂ ਗੁਰਮਤਿ ਵਿਚਾਰਾਂ ਦੀ ਆਪ ਸਾਂਝ ਕਰੀਏ। ਆਪ ਸੰਗਤ ਅਸੀਸ ਬਖਸ਼ੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰਨ, ਵਿਚਾਰ ਸਾਡੇ ਹਿਰਦੇ ਵਿੱਚ ਵਸੇ, ਅਸੀਂ ਬਾਣੀ ਦੇ ਅਨੁਸਾਰ ਸਾਡਾ ਰਹਿਣ ਸਹਿਣ ਹੋਵੇ, ਸਾਡਾ ਜੀਵਨ ਗੁਰਬਾਣੀ ਦੇ ਅਨੁਸਾਰ ਹੋਵੇ, ਅਸੀਂ ਗੁਰਬਾਣੀ ਵਰਗੇ ਬਣ ਸਕੀਏ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਆਓ ਅਸੀਸ ਬਖਸ਼ੋ, ਹਾਜ਼ਰੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਲਵਾਓ, ਰਸਨਾ ਕਰੋ ਪਵਿੱਤਰ। ਪਿਆਰ ਸਤਿਕਾਰ ਨਾਲ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਮਹਾਰਾਜ ਇੱਕ ਵਿਚਾਰ ਦਿੰਦੇ ਨੇ, ਟੂਟ ਪ੍ਰੀਤ ਗਈ ਬੁਰ ਬੋਲ। ਮਹਾਰਾਜ ਕਹਿੰਦੇ ਨੇ ਕਿ ਜਦੋਂ ਰਸਨਾ ਜਿਹੜੀ ਹੈ, ਜੀਭ ਜਿਹੜੀ ਹੈ, ਇਹਦੇ ਦੋ ਕੰਮ ਹੁੰਦੇ ਨੇ। ਇੱਕ ਤਾਂ ਇਹ ਜੋ ਅਸੀਂ ਖਾਂਦੇ ਆ ਇਹਦਾ ਸਵਾਦ ਦੱਸਦੀ ਆ, ਦੂਸਰਾ ਇਹ ਬੋਲਦੀ ਆ। ਤੇ ਜਦੋਂ ਇਹ ਆਪਣੀ ਜੀਭ ਤੋਂ ਕੁਝ ਅਸੀਂ ਅੱਖਰ ਬੋਲਦੇ ਆ, ਜੇ ਤਾਂ ਉਹ ਅੱਖਰ ਠੀਕ ਨੇ ਫਿਰ ਉਹ ਰਿਸ਼ਤਿਆਂ ਦੀ ਜਿਹੜੀ ਸਾਂਝ ਹੈ ਉਹਨੂੰ ਮਜ਼ਬੂਤ ਰੱਖਣਗੇ। ਪਰ ਜੇਕਰ ਉਹ ਅੱਖਰ ਸਹੀ ਨਹੀਂ, ਅਸਭਿਅਕ ਹੋ ਚੁੱਕੇ ਨੇ, ਮਰਿਆਦਾਹੀਨ ਹੋ ਚੁੱਕੇ ਨੇ, ਫਿਰ ਉਹੀ ਅੱਖਰ ਜਿਹੜੇ ਨੇ ਉਹ ਸਾਲਾਂ ਦੀ ਪ੍ਰੀਤ ਜਿਹੜੀ ਹੈ ਉਹ ਇੱਕ ਖਿੰਡ ਦੇ ਵਿੱਚ ਤੋੜ ਕੇ ਰੱਖ ਦਿੰਦੇ ਆ। ਤੁਸੀਂ ਸਮਝੋਗੇ ਇਸ ਗੱਲ ਨੂੰ। ਬਹੁਤ ਲੰਮੀ ਪ੍ਰੀਤ ਹੈ ਕਿਸੇ ਦੇ ਨਾਲ, ਬੜਾ ਪੁਰਾਣਾ ਰਿਸ਼ਤਾ ਸੀ, ਔਰ ਇੰਨਾ ਪਿਆਰਾ ਰਿਸ਼ਤਾ ਸੀ ਕਿ ਐਵੇਂ ਮਹਿਸੂਸ ਹੁੰਦਾ ਸੀ ਕਿ ਉਹ ਸਾਹ ਲੈਂਦਾ ਹੈ ਤੇ ਅਸੀਂ ਸਾਹ ਲੈਣੇ ਪਏ ਆ। ਇੱਕ ਦਿਨ ਐਸਾ ਜ਼ਿੰਦਗੀ ਦੇ ਵਿੱਚ ਆਇਆ ਕਿ ਲਫ਼ਜ਼ ਜਿਹੜੇ ਸੀ, ਅੱਖਰ ਜ਼ੁਬਾਨ ਦੇ ਉਹ ਬੋਲ ਐਵੇਂ ਦੇ ਸੀ, ਉਹ ਬੋਲ ਅਗਲੇ ਦੇ ਮਨ ਨੂੰ ਜਿਹੜਾ ਸੀ ਚੋਟ ਪਹੁੰਚਾ ਕੇ, ਚੋਟ ਲੱਗੀ ਉਹਦੇ ਮਨ ਨੂੰ। ਸਿਆਣੇ ਇਹ ਗੱਲ ਆਖਦੇ ਆ ਕਿ ਜਿਹੜੀ ਸਰੀਰ ਦੀ ਸੱਟ ਹੁੰਦੀ ਆ ਉਹ ਸਮਾਂ ਪਾ ਕੇ ਠੀਕ ਹੋ ਜਾਂਦੀ ਆ। ਕੋਈ ਵੀ ਤਰ੍ਹਾਂ ਦੀ ਸੱਟ ਹੋਵੇ ਉਹ ਸਮਾਂ ਲੱਗੇਗਾ, ਉਹ ਜ਼ਖਮ ਜ਼ਰੂਰ ਭਰ ਜਾਂਦਾ ਹੈ। ਪਰ ਜਿਹੜੇ ਲਫ਼ਜ਼ਾਂ ਦੀ ਸੱਟ ਹੁੰਦੀ ਹੈ ਉਹ ਕਦੀ ਠੀਕ ਨਹੀਂ ਕਰਦੀ। ਸਾਰੀ ਜ਼ਿੰਦਗੀ ਲੰਘ ਜਾਂਦੀ ਆ, ਭਰਾ ਦੇ ਮੱਥੇ ਲੱਗਣ ਨੂੰ ਤਿਆਰ ਨਹੀਂ ਰਹਿੰਦਾ। ਅੱਤ ਦੇ ਸਨੇਹ ਵਾਲੇ ਰਿਸ਼ਤੇ ਜਿਹੜੇ ਨੇ ਉਹ ਵੀ ਇਸੇ ਕਰਕੇ ਟੁੱਟ ਜਾਂਦੇ ਨੇ। ਸਿਆਣੇ ਵਿਦਵਾਨ ਸੱਜਣ ਆਖਦੇ ਨੇ, ਕਹੀ ਕੁਹਾੜਾ ਦੁਸ਼ਟ ਜਨ
ਤਿੰਨੇ ਜੁਦਾ ਕਰੇ ਨਾ। ਕਹਿੰਦੇ ਕੁਝ ਆਉਂਦੇ ਹੀ ਇਸ ਕਰਕੇ ਆ, ਦੁਸ਼ਟ ਜਨ ਜਿਹੜੇ ਨੇ ਉਹ ਪਾੜ ਪਾਉਣ ਵਾਸਤੇ ਹੀ ਆਉਂਦੇ। ਜਿਵੇਂ ਕੁਹਾੜੇ ਦਾ ਕੰਮ ਆ ਕਿ ਉਹ ਕੱਟੇਗਾ ਤੇ ਦੋ ਹਿੱਸੇ ਕਰ ਦੇਗਾ। ਕਈ ਦੇ ਨਾਲ ਬਿਲਕੁਲ ਪਲੇਨ ਜ਼ਮੀਨ ਨੂੰ ਪੁੱਟ ਕੇ ਵਿਚਕਾਰ ਵੱਟ ਪਾ ਦਿੱਤੀ ਜਾਂਦੀ ਆ। ਦੁਸ਼ਟ ਜਨ ਦਾ ਸੁਭਾਅ ਇਵੇਂ ਦਾ ਹੋਵੇਗਾ। ਫਿਰ ਕਹਿੰਦੇ ਨੇ ਸੂਈ ਸੁਹਾਗਾ ਸੰਤ ਜਨ ਤਿੰਨੇ ਮੇਲ ਕਰੇ। ਸੂਈ ਪਾਟੇ ਹੋਏ ਨੂੰ ਜੋੜ ਦਿੰਦੀ ਆ। ਸੁਹਾਗਾ ਜਿਹੜੀ ਪੈਲੀ ਦੇ ਵਿੱਚ ਵੱਟਾਂ ਪਈਆਂ ਹੁੰਦੀਆਂ ਨੇ ਨਾ, ਪੈਲੀ ਉੱਚੀ ਨੀਵੀਂ ਹੋਵੇ, ਉੱਥੇ ਸੁਹਾਗਾ ਫੇਰੀਦਾ ਸੀ ਕਿ ਉਹ ਬਿਲਕੁਲ ਪਲੇਨ ਹੋ ਜਾਂਦੀ ਸੀ, ਉਹ ਦਰਾੜਾਂ ਵੱਟਾਂ ਖਤਮ ਹੋ ਜਾਂਦੀਆਂ ਸੀ। ਤੇ ਸੰਤ ਜਨ ਦਾ ਸੁਭਾਅ ਹੁੰਦਾ ਹੈ ਕਿ ਉਹ ਜਿਹੜੇ ਵਿਛੜੇ ਹੋਏ ਨੇ ਉਹਨਾਂ ਨੂੰ ਐਸੇ ਲਫ਼ਜ਼ਾਂ ਦੇ ਨਾਲ, ਐਸੇ ਸ਼ਬਦਾਂ ਦੇ ਨਾਲ ਜੋੜਦੇ ਨੇ ਕਿ ਜਿਨ੍ਹਾਂ ਦੇ ਨਾਲ ਜਪਣ ਦੇ ਨਾਲ ਮਾਲਕ ਨਾਲ ਪੱਕੀ ਸਾਂਝ ਪੈ ਜਾਂਦੀ ਆ। ਤੂੜ ਪ੍ਰੀਤ ਗਈ ਗੁਰਬੋਲ। ਕੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਬਚਨ ਸਾਨੂੰ ਆਖਿਆ ਸੀ ਕਿ ਜੋ ਕੁਝ ਹੈ ਅਸੀਂ ਜਿਸ ਦੀ ਵਿਚਾਰ ਕਰਦੇ ਹਾਂ ਇਹ ਸਭ ਕੁਝ ਅੱਖਰ ਹਨ। ਮਹਾਰਾਜ ਕਹਿੰਦੇ ਅੱਖਰਾਂ ਸਿਰ ਸੰਜੋਗ ਵਖਾਨ। ਔਰ ਸਤਿਗੁਰ ਮਹਾਰਾਜ ਕਹਿੰਦੇ ਜਿਨ ਇਹ ਲਿਖੇ ਤਿਸ ਸਿਰ ਨਾਹੀਂ। ਜਿਨੇ ਇਹ ਅੱਖਰ ਸਾਡੇ ਸਿਰ ਦੇ ਉੱਤੇ ਲਿਖ ਦਿੱਤੇ ਨਾ, ਬਾਣੀ ਦੇ ਵਿੱਚ ਇੱਕ ਸ਼ਬਦ ਮਿਲਦਾ ਹੈ ਜੀ, ਸਤਿਗੁਰ ਮਹਾਰਾਜ ਕਹਿੰਦੇ ਨੇ ਜੈਸੀ ਕਲਮ ਊੜੀ ਹੈ ਮਸਤਕ। ਇਹ ਸਾਡੇ ਸਾਰਿਆਂ ਦੇ ਮੱਥੇ ਦੇ ਉੱਤੇ ਪਰਮਾਤਮਾ ਦੀ ਕਲਮ ਚੱਲਦੀ ਆ। ਇੱਕ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇੱਕ ਫਕੀਰ ਮੁਸਲਮਾਨ ਆਇਆ। ਉਹ ਸਤਿਗੁਰੂ ਮਹਾਰਾਜ ਨੂੰ ਕਹਿੰਦਾ ਜੀ ਦੇਖੋ ਇੱਕ ਗੱਲ ਦੱਸੋ, ਇੱਕ ਪ੍ਰਸ਼ਨ ਹੈ ਮੇਰਾ, ਸਵਾਲ। ਕਿਉਂਕਿ ਗੁਰੂ ਕੋਲ ਜਦੋਂ ਵੀ ਕੋਈ ਆਉਂਦਾ ਸੀ ਨਾ ਉਹ ਆਪਣੇ ਸਵਾਲ ਲੈ ਕੇ ਆਉਂਦਾ ਸੀ। ਮਹਾਰਾਜ ਦੱਸੋ ਇਹ ਕਿਵੇਂ ਹੋ ਸਕਦਾ। ਅਸੀਂ ਤੇ ਨਹੀਂ ਨਾ ਆਉਂਦੇ, ਸਾਡੇ ਤੇ ਸਵਾਲ ਵੀ ਨਹੀਂ ਉਦਾਂ ਦੇ ਹੁੰਦੇ ਵੈਸੇ ਤਾਂ। ਉਹ ਸਵਾਲ ਕੀ ਲੈ ਕੇ ਆ, ਉਹ ਕਹਿੰਦਾ ਇਹ ਦੱਸੋ ਕਿ ਜੋ ਰੱਬ ਕਰਦਾ ਹੈ ਉਹ ਸਾਡੇ ਕਰਮਾਂ ਦੇ ਲੇਖ ਨੇ। ਸਾਡੇ ਜੀਵਨ 'ਚ ਸਾਨੂੰ ਉਹੀ ਕੁਝ ਮਿਲਦਾ ਹੈ ਨਾ ਜੋ ਰੱਬ ਨੇ ਸਾਨੂੰ ਦਿੱਤਾ ਹੈ, ਰੱਬ ਦੇ ਰਾਹੀਂ ਹੁੰਦਾ ਪਿਆ। ਸਤਿਗੁਰੂ ਮਹਾਰਾਜ ਕਹਿੰਦੇ ਹਾਂ ਬਿਲਕੁਲ। ਕਹਿੰਦਾ ਸਤਿਗੁਰੂ ਮਹਾਰਾਜ ਇੱਕ ਗੱਲ ਦੱਸੋ, ਤੁਹਾਡੀ ਹਜ਼ੂਰੀ ਵਿੱਚ ਸੰਗਤ ਆਉਂਦੀ ਆ ਕੇ ਭੇਟਾਂ ਰੱਖਦੀ ਆ, ਮੱਥੇ ਟੇਕਦੇ ਨੇ, ਅਰਦਾਸਾਂ ਕਰਦੇ ਆ ਮਹਾਰਾਜ ਕੰਮ ਘਰ ਮਿਲ ਜੇ, ਮਹਾਰਾਜ ਘਰ ਦੇ ਵਿੱਚ ਪੁੱਤ ਹੋਵੇ, ਮਹਾਰਾਜ ਦੇ ਰਿਜ਼ਕ ਮਿਲ ਜੇ, ਤੇ ਤੁਹਾਡੇ ਦਰ ਤੋਂ ਤੁਸੀਂ ਉਹ ਸਾਰਾ ਕੁਝ ਦਿੰਦੇ ਪਏ ਹੋ। ਤੁਸੀਂ ਇਹ ਕਿਉਂ ਨਹੀਂ ਆਖਦੇ ਕਿ ਤੁਹਾਡੇ ਕਰਮ ਰੱਬ ਨੇ ਲਿਖ ਕੇ ਭੇਜ ਦਿੱਤੇ ਆ ਤੇ ਤੁਹਾਡੇ ਕਰਮਾਂ ਅਨੁਸਾਰ ਮਿਲਣਾ। ਜੇ ਤੁਸੀਂ ਉਹ ਕਰਮ ਬਦਲਦੇ ਪਏ ਹੋ ਤੇ ਕੀ ਇਹ ਰੱਬ ਦਾ ਸ਼ਰੀਕ ਬਣਨਾ ਨਹੀਂ ਆ। ਸਤਿਗੁਰੂ ਮਹਾਰਾਜ ਮੁਸਕਰਾਉਂਦੇ ਤੇ ਮਹਾਰਾਜ ਸਿੱਖ ਨੂੰ ਕਹਿੰਦੇ ਤੋਸ਼ੋ ਖਾਨੇ ਵਿੱਚ ਨਾ ਮੋਹਰ ਲੈ ਕੇ ਆਓ। ਮੋਹਰ ਲਿਆਂਦੀ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਆ ਮੋਹਰ ਦੇ ਉੱਤੇ ਲਿਖਿਆ ਕੀ ਹੈ, ਤੂੰ ਪੜ੍ਹ ਸਕਦਾ ਹੈ। ਉਹਨੇ ਮੋਹਰ ਪੜ੍ਹੀ, ਉਹਨੇ ਕੋਸ਼ਿਸ਼ ਕੀਤੀ ਪੜ੍ਹਨ ਦੀ, ਕਹਿੰਦਾ ਨਹੀਂ ਪੜ੍ਹਿਆ ਨਹੀਂ ਜਾ ਰਿਹਾ। ਮਹਾਰਾਜ ਜੀ ਕਹਿੰਦੇ ਕਿਉਂ? ਕਹਿੰਦੇ ਇਹਦੇ ਅੱਖਰ ਪੁੱਠੇ ਨੇ ਤਾਂ ਨਹੀਂ ਪੜ੍ਹੇ ਜਾਂਦੇ। ਮਹਾਰਾਜ ਨੇ ਉਹੀ ਮੋਹਰ ਸ਼ਾਹੀ ਤੇ ਲਾ ਕੇ ਤੇ ਕਾਗਜ਼ ਦੇ ਉੱਤੇ ਲਗਾ ਦਿੱਤੀ। ਮਹਾਰਾਜ ਕਹਿੰਦੇ ਹੁਣ ਪੜ੍ਹ, ਹੁਣ ਪੜ੍ਹੇ ਜਾਂਦੇ ਆ। ਕਹਿੰਦੇ ਹਾਂ ਬਿਲਕੁਲ ਪੜ੍ਹੇ ਜਾਂਦੇ। ਮਹਾਰਾਜ ਕਹਿੰਦੇ ਬਸ ਇਹੀ ਆ ਕਿ ਜਦੋਂ ਅਸੀਂ ਸਤਿਗੁਰ ਦੀ ਹਜ਼ੂਰੀ ਵਿੱਚ ਆਉਂਦੇ ਆ ਨਾ, ਵੈਸੇ ਮਹਾਰਾਜ ਸ਼ਲੋਕ ਸੰਸਕ੍ਰਿਤੀ ਦੇ ਵਿੱਚ ਆਖਦੇ ਨੇ ਦਾਨੰ ਪਰਾ ਪੂਰਬੇਨ ਪੁਚੰਤੇ ਮਹੀਪ ਤੇ। ਮਹਾਰਾਜ ਕਹਿੰਦੇ ਇਹ ਜੋ ਕੁਝ ਅੱਜ ਮਿਲਿਆ ਇਹ ਅਸੀਂ ਪਿੱਛੇ ਕਮਾ ਕੇ ਆਏ ਆ, ਅਸੀਂ ਦਾਨ ਕਰਕੇ ਆਏ ਤਾਂ ਸਾਨੂੰ ਅੱਜ ਮਿਲਿਆ। ਪਰ ਕੁਝ ਚੀਜ਼ਾਂ ਜਿਹੜੀਆਂ ਉਹ ਦਾਨ ਕਰਕੇ ਨਹੀਂ ਮਿਲੀਆਂ, ਮਹਾਰਾਜ ਕਹਿੰਦੇ ਨੇ ਉਹ ਬਖਸ਼ਿਸ਼ ਕਰਕੇ ਮਿਲੀਆਂ ਨੇ। ਮਹਾਰਾਜ ਕਹਿੰਦੇ ਨੇ ਕਿ ਜਦੋਂ ਅਸੀਂ ਸਤਿਗੁਰੂ ਦੀ ਹਜ਼ੂਰੀ ਵਿੱਚ ਆਉਨੇ ਆ ਕਰਕੇ ਅਸੀਂ ਮੱਥਾ ਟੇਕਦੇ ਆ। ਸਾਡਾ ਮੱਥਾ ਟੇਕਣਾ ਉਹ ਐਵੇਂ ਜਿਵੇਂ ਮੋਰ ਨੂੰ ਪੁੱਠੀ ਨੂੰ ਸਿੱਧਾ ਕਰ ਦੇਣਾ। ਸਾਡਾ ਮੱਥਾ ਟੇਕਣਾ ਐਵੇਂ ਆ ਕਿ ਅਸੀਂ ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜਦੋਂ ਆਉਂਦੇ ਆ, ਸਾਡੇ ਭਾਵੇਂ ਜਿੰਨੇ ਮਰਜ਼ੀ ਪੁੱਠੇ ਕਰਮ ਨੇ, ਕਰਮ ਜਿਹੜੇ ਨੇ ਉਹ ਗਲਤ ਕਿਉਂ ਨਾ ਹੋਣ, ਪਰ ਸਤਿਗੁਰੂ ਮਹਾਰਾਜ ਇੱਕ ਐਸੀ ਹਸਤੀ ਆ ਉਹ ਸਾਡੇ ਪੁੱਠੇ ਕਰਮਾਂ ਨੂੰ ਵੀ ਸਿੱਧਿਆਂ ਕਰ ਦਿੰਦੀ ਆ। ਦੂਸਰੀ ਬੇਨਤੀ, ਮੱਥਾ ਟੇਕਣਾ ਵੀ ਇੱਕ ਭਾਵਨਾ ਹੈ। ਕੋਈ ਡੰਡੌਤ ਕਰਕੇ ਬਿਲਕੁਲ ਸਿੱਧੇ ਪੈ ਕੇ ਲੰਮੇ ਪੈ ਕੇ ਕਰਦੇ ਨੇ, ਔਰ ਮਹਾਰਾਜ ਨੇ ਬਾਣੀ ਵਿੱਚ ਸਰਾਇਆ ਨਿੰਦਿਆ ਨਹੀਂ ਆ, ਪਰ ਵੇਖਾ ਵੇਖੀ ਕਰਨ ਦੀ ਲੋੜ ਨਹੀਂ। ਡੰਡੌਤ ਬੰਦਨ ਅਨਕਬਾਰ। ਡੰਡੌਤ ਦੇ ਅਰਥ ਹੁੰਦੇ ਨੇ ਡੰਡੇ ਵਾਂਗੂ ਸਿੱਧਾ ਲੰਮੇ ਪੈ ਕੇ ਨਮਸਕਾਰ ਕਰਨੀ, ਡੰਡੇ ਵਾਂਗ ਸਿੱਧਾ ਲੰਮੇ ਪੈ ਜਾਣਾ। ਪਰ ਡੰਡੇ ਦੇ ਵਿੱਚ ਆਪਣੇ ਗੁਣ ਨੇ। ਡੰਡਾ ਆਪਣੀ ਮਰਜ਼ੀ ਕਦੀ ਨਹੀਂ ਕਰਦਾ, ਉਹਨੂੰ ਦਰਵਾਜ਼ੇ ਪਿੱਛੇ ਰੱਖ ਦੋ ਉੱਥੇ ਹੀ ਹੈ, ਉਹਨੂੰ ਜ਼ਮੀਨ ਦੇ ਉੱਤੇ ਲੰਮੇ ਪਾ ਦੋ ਉੱਥੇ ਹੀ ਪਿਆ ਰਹਿੰਦਾ ਹੈ। ਇਹਨੂੰ ਕਹਿੰਦੇ ਨੇ ਮੁਰਦਾ ਹੋਏ ਮਰੀਦ
ਨਾ ਗੱਲੀ ਹੋਣਾ। ਬਸ ਫਿਰ ਜੇ ਡੰਡੌਤ ਕਰਨੀਆਂ ਤੇ ਆਪਣੀ ਮਾਤੂ ਨੂੰ ਪਿੱਛੇ ਰੱਖਿਆ, ਫਿਰ ਇਹ ਕਹਿ ਦੇ ਕਿ ਜਿਵੇਂ ਗੁਰੂ ਤੋਰੇਗਾ ਮੈਂ ਉਵੇਂ ਤੁਰਨ ਨੂੰ ਤਿਆਰ ਹੈ, ਜੋ ਤੁਧ ਭਾਵੇ ਸਾਈ ਭਲੀ ਕਾਰ। ਫਿਰ ਜਦੋਂ ਅਸੀਂ ਮੱਥਾ ਟੇਕਦੇ ਹਾਂ, ਘੱਟ ਤੋਂ ਘੱਟ ਕੋਸ਼ਿਸ਼ ਇਹ ਕਰਿਆ ਕਰੋ, ਜਦੋਂ ਸਤਿਗੁਰੂ ਨੂੰ ਨਮਸਕਾਰ ਕਰਨੀ, ਸਾਡੇ 5 ਹਿੱਸੇ ਜਿਹੜੇ ਨੇ ਉਹ ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਲੱਗਣੇ ਚਾਹੀਦੇ ਨੇ। ਮੱਥਾ ਟੇਕਣ ਲੱਗਿਆ ਹੱਥ ਖੜੇ ਨਹੀਂ ਬਿਲਕੁਲ ਕਰਨੇ। ਕਈ ਐਵੇਂ ਉਹਲਾ ਜਿਹਾ ਕਰਕੇ ਮੱਥਾ ਟੇਕਣਗੇ, ਆਸੇ ਅੱਧਾ ਰੱਖ ਕੇ ਸਿਰ ਫਿਰ ਟੇਕਣਗੇ। ਕਈ ਹੱਥਾਂ ਨੂੰ ਐਵੇਂ ਰੱਖ ਕੇ ਟੇਕਦੇ, ਤਲੀਆਂ ਉੱਪਰ ਨੂੰ ਕਰਕੇ। ਇਹ ਮੁਸਲਮਾਨੀ ਤਰੀਕਾ ਕਿ ਜਦੋਂ ਅਸੀਂ ਤਲੀਆਂ ਤਾਂ ਨੂੰ ਕਰਕੇ ਮੱਥਾ ਟੇਕਦੇ ਹਾਂ। ਜਦੋਂ ਮੱਥਾ ਟੇਕਣਾ, ਸਾਡੀ ਤਲੀਆਂ ਅਰਥਾਂ ਤੱਕ ਜਿਹੜੀਆਂ ਨੇ ਉਹ ਜ਼ਮੀਨ ਤੇ ਲੱਗਣ, ਦੋਨੋਂ ਬਾਹਾਂ ਲੱਗਣ। ਸਾਡਾ ਮੱਥਾ ਜਿਹੜਾ ਹੈ ਉਹ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਚਰਨਾਂ ਹਜ਼ੂਰੀ ਵਿੱਚ ਲੱਗਣਾ ਚਾਹੀਦਾ। ਸਾਡੇ ਦੋਨੋਂ ਪੈਰ ਲੱਗੇ ਹੋਣ ਗੋਡਿਆਂ ਤੱਕ। ਇਹ ਮੱਥਾ ਟੇਕਣ ਦਾ ਅਸਲ ਢੰਗ ਹੈ। ਔਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਸਤਿਗੁਰ ਅੱਗੇ ਸੀਸ ਭੇਟ ਦਿਓ ਜੇ ਸਤਿਗੁਰੂ ਸਾਚੇ ਪਾਵੇ। ਚਲੋ ਖੈਰ, ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਅੱਜ ਜੋ ਕਿਰਪਾ ਕੀਤੀ ਆ, ਸਿੱਧ ਆਖਦੇ ਨੇ ਕਿ ਮਹਾਰਾਜ ਤੁਸੀਂ ਦੱਸਿਆ ਕਿ ਉੱਤਮ ਕਰਮਾਂ ਵਾਲੇ ਵੀ ਅਸੰਖ ਨੇ, ਨੀਚ ਕਰਮਾਂ ਵਾਲੇ ਵੀ ਅਸੰਖ ਨੇ, ਅਣਗਿਣਤ ਨੇ। ਸਤਿਗੁਰੂ ਮਹਾਰਾਜ ਜੀ ਤੁਸੀਂ ਇਹ ਵੀ ਦੱਸ ਦਿੱਤਾ ਕਿ ਅੱਖਰਾਂ ਦੇ ਨਾਲ ਹੀ ਰੱਬ ਦੀ ਜਿਹੜੀ ਘਰ ਦੀ ਵਿਚਾਰ ਹੁੰਦੀ ਆ, ਗਿਆਨ ਦਾ ਆਦਾਨ ਤੇ ਪ੍ਰਦਾਨ ਕੀਤਾ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਇਹ ਦੱਸੋ, ਸਿੱਧ ਸਵਾਲ ਕਰਦੇ ਗੁਰੂ ਨਾਨਕ ਦੇਵ ਮਹਾਰਾਜ ਨੂੰ। ਔਰ ਤੁਸੀਂ ਸੰਪਰਦਾਇ ਟੀਕੇ ਪੜੋਗੇ, ਉਹਨਾਂ ਸਾਰਿਆਂ 'ਚ ਲਿਖਿਆ ਹੈ ਕਿ ਇਹ ਜਿਹੜਾ ਜਪਜੀ ਸਾਹਿਬ ਹੈ, ਇਹਦੀ ਬਹੁਤੀਆਂ ਪੌੜੀਆਂ ਜਿਹੜੀਆਂ ਨੇ ਸਤਿਗੁਰੂ ਮਹਾਰਾਜ ਨੇ ਸਿੱਧਾਂ ਦੇ ਨਾਲ ਸਵਾਲ ਜਵਾਬ ਕੀਤੇ ਹੋਏ ਨੇ। ਉਹ ਕਹਿੰਦੇ ਮਹਾਰਾਜ ਇਹ ਦੱਸੋ ਕਿ ਇਹ ਤਾਂ ਹੈ ਕਿ ਉੱਤਮ ਕਰਮ ਵਾਲੇ ਅਸੰਖ ਜਾਪੋ ਸੰਖ ਪਾਓ ਬਹੁਤ ਨੇ। ਮਹਾਰਾਜ ਤੁਸੀਂ ਇਹ ਵੀ ਦੱਸਿਆ ਕਿ ਅਸੰਖ ਮੂਰਖ ਅੰਧ ਕੋਰ, ਅਸੰਖ ਚੋਰ ਹਰਾਮਖੋਰ, ਇਹ ਵੀ ਬਹੁਤ ਨੇ। ਅਸੰਖ ਨਾਲ ਅਸੰਖ ਥਾਮ, ਇਹ ਵੀ ਦੱਸ ਦਿੱਤਾ ਕਿ ਨਾਮ ਤੋਂ ਬਗੈਰ ਇਸ ਪਲੈਨਟ ਦੇ ਵਿੱਚ ਕੋਈ ਥਾਂ ਖਾਲੀ ਨਹੀਂ, ਕੋਈ ਜਗ੍ਹਾ ਐਸੀ ਨਹੀਂ ਜਿੱਥੇ ਨਾਮ ਨਹੀਂ ਹੈ। ਪਰ ਸਤਿਗੁਰੂ ਮਹਾਰਾਜ ਇਹ ਦੱਸੋ ਕਿ ਜੇ ਸਾਡਾ ਮਨ ਜਿਹੜਾ ਹੈ, ਸਾਡੀ ਮੱਤ ਜਿਹੜੀ ਹੈ ਉਹ ਬਹੁਤ ਮੈਲੀ ਹੋ ਚੁੱਕੀ ਹੋਵੇ, ਉਹਦੇ ਤੇ ਮੈਲ ਬੜੀ ਲੱਗੀ ਹੋਵੇ, ਤੇ ਫਿਰ ਕਰੀਏ ਕੀ ਤਾਂ ਕਿ ਇਹ ਮੈਲ ਸਾਫ਼ ਹੋ ਜਾਏ। ਸਤਿਗੁਰੂ ਮਹਾਰਾਜ ਫਿਰ ਇੱਥੋਂ ਅੱਗੇ ਆਖਦੇ ਆ, ਮਹਾਰਾਜ ਕਹਿੰਦੇ ਨੇ ਦੇਖੋ ਭਰੀਏ ਹੱਥ ਪੈਰ ਤਨ ਦੇਹ, 2 ਲਫ਼ਜ਼ ਇੱਥੇ ਧਿਆਨ ਦਿਓ। ਇੱਕ ਤਨ ਤੇ ਇੱਕ ਹੈ ਦੇਹ। ਅਰਥ ਕਰਨ ਵਾਲੇ ਕਈ ਟੀਕਾਕਾਰ ਨੇ ਇਹਦੇ ਅਰਥ ਇੱਕੋ ਹੀ ਕੀਤੇ ਨੇ, ਸਰੀਰ। ਕਹਿੰਦੇ ਜੇ ਸਰੀਰ ਨੂੰ, ਹੱਥਾਂ ਨੂੰ, ਪੈਰਾਂ ਨੂੰ ਕੋਈ ਮਿੱਟੀ ਲੱਗ ਜਾਂਦੀ ਹੈ ਤੇ ਅਸੀਂ ਉਹਨੂੰ ਕੀ ਕਰਦੇ ਹਾਂ, ਪਾਣੀ ਧੋਤੇ ਉਤਰਸਖੀ, ਪਾਣੀ ਨਾਲ ਧੋਵਾਂਗੇ ਤੇ ਉਹ ਮਿੱਟੀ ਲੱਥ ਜਾਂਦੀ ਆ। ਭਾਈ ਵੀਰ ਸਿੰਘ ਹੁਣੀ ਦੇ ਅਰਥ ਕਰਦੇ ਆ ਜੀ। ਉਹ ਕਹਿੰਦੇ ਜਿਹੜਾ ਦੇਹ ਸ਼ਬਦ ਹੈ ਇਹ ਇਸਤਰੀ ਵਾਚਕ ਹੈ, ਇਹ ਇਸਤਰੀ ਲਿੰਗ ਹੈ। ਜਿਹੜਾ ਤਨ ਸ਼ਬਦ ਹੈ ਇਹ ਪੁਲਿੰਗ ਹੈ। ਹੁਣ ਦੇਖੋ, ਪਾਣੀ ਦੇ ਕੋਲ ਪਾਣੀ 'ਚ ਇਸ਼ਨਾਨ ਕਰਨਾ ਹੋਵੇ, ਇਸਤਰੀ ਦੇ ਪੈਰਾਂ ਨੂੰ ਮਿੱਟੀ ਲੱਗੀ ਹੋਵੇ, ਹੱਥਾਂ ਨੂੰ ਲੱਗੀ ਹੋਵੇ, ਕਿ ਪਾਣੀ ਕਦੀ ਇਨਕਾਰ ਕਰੇਗਾ ਕਿ ਨਹੀਂ ਮੈਂ ਤੇਰੇ ਹੱਥ ਪੈਰ ਨਹੀਂ ਧੋਣੇ ਜਾਂ ਤੇਰੀ ਮੈਲ ਨਹੀਂ ਲਾਵਾਂਗਾ? ਪਾਣੀ ਕਦੀ ਵਿਤਕਰਾ ਨਹੀਂ ਕਰੇਗਾ। ਪਾਣੀ ਦੇ ਕੋਲ ਕੋਈ ਵੀ ਜਾਵੇ, ਇਸਤਰੀ ਜਾਵੇ, ਪੁਰਸ਼ ਜਾਵੇ, ਉਹ ਸਾਰਿਆਂ ਦੀ ਮੈਲ ਲਾ ਦਿੰਦਾ ਹੈ। ਕਿਉਂਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜਾਣਦੇ ਨੇ ਕਿ ਬਹੁਤ ਸਾਰੇ ਐਸੇ ਧਰਮ ਨੇ ਜਿਹੜੇ ਇਹ ਗੱਲ ਆਖਦੇ ਆ ਕਿ ਜੇ ਇਸਤਰੀ ਮੁਕਤ ਹੋਣਾ ਚਾਹੁੰਦੀ ਆ, ਜੇ ਇਸਤਰੀ ਕੋਲ ਜੀਵਨ ਦੇ ਵਿੱਚ ਪਾਪ ਹੋਏ ਨੇ, ਸਤਿਗੁਰੂ ਮਹਾਰਾਜ ਪਾਤਸ਼ਾਹ ਇਸ ਗੱਲ ਨੂੰ ਜਾਣਦੇ ਆ ਕਿ ਉਹਨੂੰ ਕਿਹਾ ਗਿਆ ਸੀ ਕਿ ਤੈਨੂੰ ਮੁਕਤ ਹੋਣ ਵਾਸਤੇ ਪੁਰਸ਼ ਦਾ ਜਨਮ ਲਏਗੀ ਤੇ ਤਾਂ ਮੁਕਤ ਹੋ ਸਕਦੀ ਆ। ਪਰ ਮਹਾਰਾਜ ਕਹਿੰਦੇ ਨਹੀਂ, ਬਿਲਕੁਲ ਨਹੀਂ। ਜਿਵੇਂ ਪਾਣੀ ਦਾ ਸੁਭਾਅ ਹੈ, ਉਹਦੇ ਕੋਲ ਕੋਈ ਵੀ ਆਵੇ, ਇਸਤਰੀ ਆਵੇ, ਪੁਰਸ਼ ਆਵੇ, ਉਹਦੇ ਕੋਲ ਗਰੀਬ ਆਵੇ, ਅਮੀਰ ਆਵੇ, ਉਹਦੇ ਕੋਲ ਰਾਜਾ ਆਵੇ, ਕੋਈ ਪਰਜਾ ਆਵੇ, ਭਿਖਾਰੀ ਆ ਜਾਏ, ਬਾਦਸ਼ਾਹ ਆ ਜਾਏ, ਉਹ ਸਾਰਿਆਂ ਦੀ ਮੈਲ ਲਾ ਦੇਗਾ ਜਿਹੜਾ ਉਹਦੇ ਕੋਲ ਆਵੇਗਾ। ਸਾਬਣ ਤੁਸੀਂ ਲੈ ਕੇ ਆਉਂਦੇ ਹੋ ਨਹਾਉਣ ਵਾਸਤੇ, ਤੁਸੀਂ ਕੋਈ ਸਾਬਣ ਸ਼ੈਂਪੂ ਨੂੰ ਯੂਜ਼ ਕਰਦੇ, ਉਹਨੇ ਕਦੀ ਪੁੱਛਿਆ ਕਿ ਤੇਰਾ ਜਾਤ ਕਿਹੜੀ, ਕਿਹੜਾ ਧਰਮ ਕਿਹੜਾ? ਉਹਦਾ ਸੁਭਾਅ ਨਹੀਂ। ਧਰਮ ਦਾ ਸੁਭਾਅ ਹੁੰਦਾ ਹੈ ਕਿ ਕੋਈ ਵੀ ਉਸ ਦਾਇਰੇ ਵਿੱਚ ਆਉਂਦਾ ਹੈ ਤੇ ਉਹਦੀ ਮੈਲ ਲੱਥਦੀ ਆ। ਹੁਣ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿੱਚ ਉਦਾਹਰਨ ਮਿਲਦੀ ਹੈ। ਭਾਈ ਗੁਰਦਾਸ ਸਾਹਿਬ ਜੀ ਦਾ ਜ਼ਿਕਰ ਕਰਦੇ ਨੇ, ਗਲਕਾ ਪਾਪਨ ਹੋਏ ਕੇ ਪਾਪਾਂ ਦਾ ਗਲ ਹਾਰ ਪਰੋਤਾ।
ਕਹਿੰਦੇ ਇੱਕ ਦਿਨ ਇੱਕ ਸਾਧੂ ਜਿਹੜਾ ਸੀ, ਅਸਲ 'ਚ ਸਾਧੂ ਦੇ ਅਰਥ ਹੁੰਦੇ ਨੇ ਕਿ ਜਿਹੜਾ 9 ਦੁਆਰਿਆਂ ਨੂੰ ਜਿਹਨੇ ਆਪਣੇ ਨੂੰ ਬੰਦ ਕਰ ਲਿਆ, ਅੱਖਾਂ ਬੰਦ ਨਹੀਂ ਕੀਤੀਆਂ ਪਰ ਅੱਖਾਂ ਨੂੰ ਬੁਰਾ ਦੇਖਣਾ ਬੰਦ ਕੀਤਾ ਹੈ, ਕੰਨ ਬੰਦ ਨਹੀਂ ਕੀਤੇ, ਕੰਨਾਂ ਨਾਲ ਬੁਰਾ ਸੁਣਨਾ ਬੰਦ ਕੀਤਾ, ਜੀਭ ਬੰਦ ਨਹੀਂ ਕੀਤੀ, ਮੌਨ ਨਹੀਂ ਹੋਇਆ, ਪਰ ਹੁਣ ਜੀਭਾਂ ਦੀ ਸਹੀ ਵਰਤੋਂ ਕਰਨ ਲੱਗ ਪਏ। ਮੈਂ ਹੁਣੇ ਵੀ ਵੀਰ ਹਰਪਾਲ ਸਿੰਘ ਉਹਨਾਂ ਨੂੰ ਕਹਿੰਦਿਆ ਸੀ ਕਿ ਸਾਇੰਸ ਨੇ ਜੋ ਕੁਝ ਅੱਜ ਤੱਕ ਸਾਨੂੰ ਦਿੱਤਾ ਹੈ ਨਾ, ਇਹ ਇਸ ਕਰਕੇ ਦਿੱਤਾ ਕਿ ਮਨੁੱਖਤਾ ਸੁੱਖ ਲੈ ਸਕੇ। ਜੇ ਰੱਖਿਆ ਦੇ ਵਾਸਤੇ ਪਰਮਾਣੂ ਬੰਬ ਦੇ ਦਿੱਤੇ, ਉਹ ਇਸ ਕਰਕੇ ਦਿੱਤੇ ਸੀ ਕਿ ਤੁਸੀਂ ਆਪਣੀ ਡਿਫੈਂਸ ਕਰ ਸਕੋ, ਆਪਣੀ ਰੱਖਿਆ ਕਰ ਸਕੋ, ਪਰ ਉਹਨਾਂ ਮਤਲਬ ਇਹ ਨਹੀਂ ਸੀ ਕਿ ਤੁਸੀਂ ਦੂਜੇ ਦੇ ਦੇਸ਼ ਤੇ ਸੁੱਟੋ ਕਿ ਅਸੀਂ ਕਬਜ਼ਾ ਕਰਨਾ ਸੀ, ਆਪਣੀ ਤਾਕਤ ਦਿਖਾਉਣੀ ਆ। ਸਾਧੂ ਦਾ ਅਰਥ ਹੈ ਜਿਹੜਾ ਸਹੀ ਵਰਤੋਂ ਆਪਣੇ ਗਿਆਨ ਇੰਦਰੀ ਤੇ ਕਰਮ ਇੰਦਰੀਆਂ ਦੀ ਕਰਨ ਲੱਗ ਪਿਆ। 9 ਦੁਆਰੇ ਸਾਧ ਸਦਾਇਆ, ਜਿਹਨੇ 9 ਦੁਆਰਿਆਂ ਨੂੰ ਸਾਧ ਲਿਆ। ਹੁਣ ਸਤਿਗੁਰੂ ਮਹਾਰਾਜ ਪਾਤਸ਼ਾਹ ਉਦਾਹਰਨ ਗੁਰੂ ਤੇਗ ਬਹਾਦਰ ਨੇ ਬਹੁਤ ਵਰਤੀ, ਬਾਰ-ਬਾਰ ਇਸ ਦੀ ਵਰਤੋਂ ਕੀਤੀ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਦੇਖੋ, ਸੂਆ ਪੜਾਵਤ ਗਲਕਾ ਤਰੀ ਸੋਹਰ ਨੈਣੋ ਕੀ ਪੁੱਤਰੀ। ਜਿਹਦੇ ਨਾਲ ਬਹੁਤਾ ਪਿਆਰ ਹੋਵੇ ਨਾ ਕਿ ਕਿਸੇ ਨਾਲ ਦੁਨਿਆਵੀ ਤੌਰ ਤੇ ਵੀ ਸਾਡੇ ਜਿਹੜੇ ਰਿਸ਼ਤੇ ਨੇ ਸਮਾਜਿਕ, ਅਸੀਂ ਕਹਿੰਦੇ ਤੂੰ ਸਾਡੇ ਹਿਰਦੇ ਵਿੱਚ ਵਸਦਾ ਹੈ, ਤੂੰ ਸਾਡੀਆਂ ਅੱਖਾਂ ਦਾ ਤਾਰਾ ਹੈ, ਤੇਰੇ ਬਿਨਾਂ ਸਾਨੂੰ ਸਾਹ ਨਹੀਂ ਆਉਂਦਾ। ਕਈ ਤਰ੍ਹਾਂ ਦੇ ਅਸੀਂ ਲਫ਼ਜ਼ ਵਰਤਦੇ ਆ ਨਾ, ਆਪਣੇ ਪਿਆਰਿਆਂ ਵਾਸਤੇ ਵਰਤਦੇ ਆ, ਪਰ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਮੇਰਾ ਪਿਆਰਾ ਬਣ ਜਾਂਦਾ, ਮੈਂ ਵੀ ਉਹਨੂੰ ਆਪਣੇ ਸਰੀਰ ਦਾ ਅੰਗ ਬਣਾ ਲੈਣਾ। ਮਹਾਰਾਜ ਕਹਿੰਦੇ ਸੂਆ ਪੜਾਵਤ ਗਲਕਾ ਤਰੀ। ਗਲਕਾ ਦੇ ਅਰਥ ਹੁੰਦੇ ਨੇ ਗਨ ਸਮੂਹ, ਜਿੰਦਾ ਸੰਬੰਧ ਗਨ ਦੇ ਨਾਲ, ਸਮੂਹ ਦੇ ਨਾਲ ਹੋਵੇ, ਇੱਕ ਦੇ ਨਾਲ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਸਾਧੂ ਉਹਦੇ ਦੁਆਰੇ ਤੇ ਆਇਆ, ਮੀਂਹ ਪੈਂਦਾ ਪਿਆ ਸੀ, ਮੀਂਹ ਦੇ ਵਿੱਚ ਉਹ ਬਾਹਰ ਖਲੋਤਾ, ਉਹਨੇ ਬੇਨਤੀ ਕੀਤੀ ਕਿ ਮੀਂਹ 'ਚ ਬਾਹਰ ਭੇਜ ਦਿਓ, ਤੁਸੀਂ ਅੰਦਰ ਆਓ। ਉਹਨੇ ਅੰਦਰ ਆਉਂਦਿਆਂ ਕਿਹਾ, ਧੀਏ ਤੇਰਾ ਧੰਨਵਾਦ। ਉਹਦੀਆਂ ਅੱਖਾਂ ਭਰ ਆਈਆਂ ਕਿ ਅੱਜ ਤੱਕ ਮੈਨੂੰ ਕਦੀ ਕਿਸੇ ਨੇ ਧੀ ਨਹੀਂ ਆਖਿਆ, ਅੱਜ ਤੱਕ ਮੇਰਾ ਇਕੱਲਾ ਲੋਕਾਂ ਨੇ ਜਿਸਮ ਦੇਖਿਆ, ਮੇਰੇ ਤਨ ਨੂੰ ਦੇਖਿਆ, ਕਹਿੰਦੀ ਅੱਜ ਤੱਕ ਕਿਸੇ ਨੇ ਐਵੇਂ ਦਾ ਲਫ਼ਜ਼ ਹੀ ਨਹੀਂ ਆਖਿਆ। ਕਹਿੰਦਾ ਕਿਉਂ? ਉਹਨੇ ਅੱਖਾਂ ਰੋ ਕਰਕੇ ਉਹਨੇ ਹੱਥ ਜੋੜ ਕੇ ਆਖਿਆ ਕਿ ਮੈਂ ਤੇ ਸਾਰੀ ਜ਼ਿੰਦਗੀ ਪਾਪ ਕਮਾਏ, ਮੇਰੇ ਹਰ ਅੰਗ ਦੇ ਵਿੱਚ ਜਿਹੜਾ ਸੀ, ਸਰੀਰ ਦੇ ਹਰ ਇੰਦਰੀ ਦੇ ਵਿੱਚ ਜਿਹੜਾ ਸੀ ਉਹ ਪਾਪ ਵਸਦਾ ਪਿਆ ਸੀ, ਪਰ ਤੁਸੀਂ ਕਹਿੰਦੇ ਧੀ ਕਰਕੇ ਤਰਸ ਆਇਆ ਉੱਥੇ ਉਸ ਸਾਧੂ ਨੂੰ, ਹੱਥੋਂ ਦੇ ਤੋਸ ਉਸ ਨੂੰ ਤੋਤਾ, ਉਹਨੇ ਆਪਣਾ ਇੱਕ ਤੋਤਾ ਕੋਲ ਰੱਖਿਆ, ਉਹ ਦੇ ਦਿੱਤਾ। ਕਹਿਣ ਲੱਗੇ ਫਿਰ ਇੱਕ ਕੰਮ ਕਰ, ਨਾਮ ਜਪਿਆ ਕਰ। ਕਹਿੰਦੀ ਜਪਾ ਕਿੱਦਾਂ? ਮੈਂ ਜਦੋਂ ਇਸ ਪਾਸੇ ਸੋਚਦੀ ਹਾਂ ਉਦੋਂ ਵਾਸ਼ਨਾ ਆ ਕੇ ਅੱਗੇ ਖਲੋ ਜਾਂਦੀ ਆ। ਤੁਸੀਂ ਅੱਜ ਉੱਠੋ, ਸਵੇਰੇ ਉੱਠ ਕੇ ਬਹਿ ਜਾਓ ਚੌਂਕੜਾ ਮਾਰ ਕੇ, ਤੁਸੀਂ ਦੁਨਿਆਵੀ ਕੋਈ ਕੰਮ ਕਰੋ, ਦੁਕਾਨ ਤੇ ਬੈਠੋ, ਬਿਜ਼ਨਸ ਕਰੋ, ਫਿਲਮ ਦੇਖਣ ਚਲੇ ਜਾਓ, ਤੁਹਾਡੇ ਮਨ 'ਚ ਕੋਈ ਮਾੜਾ ਖਿਆਲ, ਪੂਰਾ ਉਦਾਂ ਦਾ ਖਿਆਲ ਨਹੀਂ, ਪਰ ਜਦੋਂ ਚੌਂਕੜਾ ਮਾਰ ਕੇ ਨਾਮ ਜਪਣ ਲੱਗੋਗੇ, ਸਾਰੀ ਦੁਨੀਆ ਦੇ ਬੁਰੇ ਖਿਆਲ ਇਕੱਠੇ ਹੋ ਕੇ ਉੱਥੇ ਆ ਜਾਣਗੇ। ਪਰ ਸਤਿਗੁਰੂ ਮਹਾਰਾਜ ਕਹਿੰਦੇ ਡਰਨਾ ਨਹੀਂ, ਅਸਲ 'ਚ ਉਹਨਾਂ ਨੂੰ ਘਰ ਛੱਡਣਾ ਪੈਂਦਾ ਨੂੰ, ਤਾਂ ਆ ਕੇ ਖਲੋ ਜਾਂਦੇ ਨੇ ਅੱਗੇ। ਉੱਥੇ ਫਿਰ ਉਹਨਾਂ ਨੂੰ ਕਹਿੰਦੀ ਮੈਂ ਜਪ ਨਹੀਂ ਸਕਦੀ। ਮਹਾਰਾਜ ਉੱਥੇ ਉਹ ਸਾਧੂ ਆਖਦਾ ਹੈ, ਕਹਿੰਦਾ ਆ ਤੋਤਾ ਮੇਰਾ ਰੱਖ, ਇਹਨੂੰ ਰੋਜ਼ ਰਾਮ ਰਾਮ ਦਾ ਜਾਪ ਕਰਾਇਆ ਕਰਨਾ, ਤੂੰ ਨਹੀਂ ਕਰਨਾ, ਇਹਨੂੰ ਕਰਾਵੇਂ। ਉਹ ਕਹਿੰਦੀ ਠੀਕ। ਉਹਨੇ ਤੋਤਾ ਰੱਖਿਆ, ਉਹਨੇ ਰੋਜ਼ ਉਹਨੂੰ ਰਾਮ ਰਾਮ ਪੜਾਉਂਦੇ ਰਹਿਣਾ। ਕਰਦਿਆਂ ਇਹ ਦੇਖੋ ਧਰਮ ਜਿਹੜਾ ਹੈ ਪਹਿਲਾਂ ਬਾਹਰੀ ਕਰਮ ਤੋਂ ਸ਼ੁਰੂ ਹੋਵੇਗਾ, ਫਿਰ ਅੰਦਰੂਨੀ ਚੱਲਦਾ ਹੈ। ਜੋ ਉਹਨੇ ਪੜਾਉਣਾ ਸ਼ੁਰੂ ਕੀਤਾ, ਇੰਨੀ ਸੁਰਤ ਜੁੜ ਗਈ, ਵਾਸਨਾ ਇੱਕ ਪਾਸੇ ਰਹਿ ਗਈ ਤੇ ਉਹਦੀ ਆਤਮਾ ਨੂੰ ਨਾਮ ਨੇ ਪਵਿੱਤਰ ਕਰ ਦਿੱਤਾ। ਉੱਥੇ ਫਿਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਸੂਆ ਪੜਾਵਤ, ਸੂਏ ਦੇ ਅਰਥ ਨੇ ਜੀ ਤੋਤਾ, ਸੂਆ ਪੜਾਵਤ ਗਨਕਾ ਤਰੀ ਸੋਹਰ ਨੈਣੋ ਕੀ ਪੁੱਤਰੀ। ਮਹਾਰਾਜ ਕਹਿੰਦੇ ਮੈਂ ਉਹਨੂੰ ਆਪਣੀਆਂ ਅੱਖਾਂ ਦੀ ਪੁਤਲੀ ਬਣਾ ਲਿਆ, ਮੈਨੂੰ ਅੱਖਾਂ ਤੇ ਬਿਠਾ ਲਿਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਦੇਖੋ, ਇਹ ਨਹੀਂ ਕਿ ਤੁਸੀਂ ਇਹ ਆਖੋ ਕਿ ਪਾਣੀ ਜਿਹੜਾ ਹੈ ਉਹ ਕੱਲੇ ਪੁਰਸ਼ ਦੀ ਮੈਲ ਧੋਏਗਾ, ਉਹਦੇ ਕੋਲ ਇਸਤਰੀ ਵੀ ਜਾਏਗੀ ਤੇ ਉਹਦੀ ਵੀ ਮੈਲ ਲੱਥੇਗੀ। ਭਰੀਏ ਹੱਥ ਪੈਰ ਤਨ ਦੇਹ, ਤਨ ਤੋਂ ਭਾਵ ਪੁਰਸ਼ ਦਾ ਤਨ ਤੇ ਦੇਹ ਤੋਂ ਭਾਵ ਇਸਤਰੀ ਦਾ ਤਨ, ਹੱਥ ਪੈਰ ਮਲੀਨ ਹੋਣਗੇ। ਪਾਣੀ ਧੋਤੈ ਉਤਰਸ ਖੇਹ, ਇਹ ਖੇਹ ਤੋਂ ਭਾਵ ਦੀ ਮਿੱਟੀ, ਇਹਨੂੰ ਖੇਹੇ ਪਾਠ ਨਹੀਂ ਕਰਨਾ, ਇਹਦਾ ਸਿਹਾਰੀ ਕੋਲੋਂ ਨਹੀਂ ਲਾਉਣੀ, ਦੇਹੇ ਨਹੀਂ ਕਹਿਣਾ, ਖੇਹ ਨੂੰ ਖੇਹੇ ਨਹੀਂ ਕਹਿਣਾ।
ਜਿਵੇਂ ਪਾਠ ਹੁੰਦਾ ਨਾ ਜੀ, ਸੁਲਤਾਨਾ ਘਾਹ ਕਰਾਇੰਦਾ, ਉੱਥੇ ਘਾਹੋ ਨਹੀਂ ਕਹਿਣਾ, ਉੱਥੇ ਘਾਹ ਹੈ ਪਾਠ। ਉਹਦਾ ਅਰਥ ਘਾਹ ਹੈ ਕਿ ਜਿਹਦੇ ਰੱਬ ਦੀ ਨਿਗਾਹ ਉਹ ਪੱਠੀ ਹੋ ਜਾਂਦੀ, ਕਿਰਪਾ ਦ੍ਰਿਸ਼ਟੀ ਹਟ ਜਾਂਦੀ ਹੈ। ਫਿਰ ਕਹਿੰਦੇ ਨੇ ਵੱਡੇ ਵੱਡੇ ਸੁਲਤਾਨ ਜਿਹੜੇ ਨੇ ਉਹ ਵੀ ਘਾਹ ਪੁੱਟਣ ਤੇ ਮਜਬੂਰ ਹੋ ਜਾਂਦੇ ਆ। ਇਹਦਾ ਪਾਠ ਹੈ ਭਰੀਆ ਹੱਥ ਪੈਰ ਤਨ ਦੇਹ, ਪਾਣੀ ਧੋਤੇ ਉਤਰਸ ਖੇਹ। ਇੱਥੇ ਖੇਹ ਹੀ ਨਹੀਂ, ਮਹਾਰਾਜ ਕਹਿੰਦੇ ਪਾਣੀ ਦੇ ਨਾਲ ਮਿੱਟੀ ਲੱਥ ਜਾਂਦੀ। ਫਿਰ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਆਖਦੇ ਆ, ਮਹਾਰਾਜ ਕਹਿੰਦੇ ਨੇ ਸਿੱਧਾਂ ਨੂੰ, ਜੋਗੀਆਂ ਨੂੰ ਆਖਿਆ, ਕਹਿੰਦੇ ਦੇਖੋ ਜੇ ਕੱਪੜੇ ਜ਼ਿਆਦਾ ਗੰਦੇ ਹੋ ਜਾਣ, ਵਿਸ਼ਟਾ ਲੱਗ ਜਾਏ, ਮੂਤ ਪਲੀਤੀ ਕੱਪੜ ਹੋਏ, ਜੇ ਮੂਤ ਦੇ ਨਾਲ ਪਲੀਤ ਨਾਲ ਪਲੀਤੇ ਜਾਣ ਕੱਪੜੇ, ਗੰਦੇ ਜਿੰਨੇ ਵਿਸ਼ਟਾ ਲੱਗ ਜਾਏ, ਮਹਾਰਾਜ ਕਹਿੰਦੇ ਨੇ ਦੇ, ਫਿਰ ਪਾਣੀ ਨਾਲ ਇਕੱਲੇ ਨਹੀਂ ਧੋਂਦੇ ਅਸੀਂ, ਦੇ ਸਾਬੂਨ, ਸਾਬੁਨ ਨਹੀਂ ਕਹਿਣਾ ਇਹਨੂੰ, ਦੇ ਸਾਬੂਨ ਲਈਐ ਓਹ। ਹੁਣ ਉਹ ਕਿਹੜੇ ਸੀ, ਇਹਦਾ ਮਤਲਬ ਜਿਹੜੀ ਉੱਤੇ ਗੱਲ ਕੀਤੀ ਮੂਤ ਪਲੀਤੀ ਦੀ, ਦੇ ਸਾਬੁਨ ਲਈਏ ਓਹ, ਖੁੱਲੇ ਮੂੰਹ ਨਾਲ ਊੜਾ, ਬੰਦ ਨਾਲ ਉਹ ਨਹੀਂ ਕਹਿਣਾ, ਉਹ ਹੋ ਵੀ ਨਹੀਂ ਕਹਿਣਾ, ਹਾਹੇ ਨੂੰ ਔਂਕੜ ਲੱਗਾ ਹੋੜਾ ਨਹੀਂ ਲੱਗਾ, ਉਹ ਧੋਏ। ਕਹਿੰਦੇ ਨੇ ਜਿਹੜੇ ਉੱਪਰ ਦੱਸਿਆ ਮਹਾਰਾਜ ਨੇ ਕਿ ਮੂਤ ਪਲੀਤੀ ਹੋ ਚੁੱਕੇ ਸੀ, ਉਹ ਦੇ ਸਾਬੂਨ, ਉਹ ਉਹਦੇ ਨਾਲ ਜਿਹੜੇ ਸੀ ਉਹ ਸਾਫ਼ ਹੋਏ। ਹੁਣ ਮਹਾਰਾਜ ਅੱਗੇ ਕਹਿੰਦੇ ਨੇ ਸਾਡੀ ਗੱਲ, ਮਹਾਰਾਜ ਕਹਿੰਦੇ ਨੇ ਭਰੀਆ ਮਤ ਪਾਪਾਂ ਕੇ ਸੰਗ। ਹੁਣ ਇੱਥੇ ਦੋ ਗੱਲਾਂ ਧਿਆਨ ਨਾਲ ਰੱਖਣੀਆਂ ਪੈਂਦੀਆਂ ਨੇ, ਇੱਕ ਹੁੰਦਾ ਹੈ ਮਤ, ਇੱਕ ਹੈ ਮਨ। ਮਤ ਤੋਂ ਭਾਵ ਅਸੀਂ ਬੁੱਧੀ ਦੇ ਅਰਥ ਵੀ ਕਰਾਂਗੇ। ਜਦੋਂ ਤੁਸੀਂ ਅਰਦਾਸ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਵਿੱਚ ਕਰਦੇ ਆ ਤੇ ਇਹੀ ਆਖਦੇ ਨਾ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਤੇ ਅੱਗੇ ਕੀ ਆਖਦੇ, ਮਤ ਪੱਤ ਦਾ ਰਾਖਾ ਆਪ ਵਾਹਿਗੁਰੂ। ਹੁਣ ਧਿਆਨ ਨਾਲ ਸੁਣਿਓ, ਸਭ ਤੋਂ ਪਹਿਲੋਂ ਹੈ ਮਨ, ਮਨ ਦੇ ਉੱਤੇ ਹੈ ਮਤ, ਤੇ ਮਤ ਦੇ ਉੱਤੇ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਦੁਰ ਹੁੰਦਾ ਹੈ ਤੇ ਇੱਕ ਗੁਰ ਹੁੰਦਾ ਹੈ। ਮਨ ਬਹੁਤੇ ਔਖੇ ਲਫ਼ਜ਼ ਨਹੀਂ ਜੀ, ਧਿਆਨ ਨਾਲ ਥੋੜਾ ਸੁਣੋ, ਸਮਝ ਲੱਗੇਗੀ। ਪਹਿਲੋਂ ਮਨ ਆ, ਮਨ ਦੇ ਉੱਤੇ ਮਤ ਹੈ, ਮਤ ਜਾਂ ਬੁੱਧ ਸ਼ਬਦ ਵਰਤ ਲਓ, ਪਹਿਲੋਂ ਮਨ ਫਿਰ ਮਤ, ਤੇ ਮਤ ਦੇ ਉੱਤੇ ਜੇਕਰ ਦੁਰ ਜੁੜ ਗਿਆ ਫਿਰ ਉਹ ਦੁਰ ਮਤ ਹੋ ਜਾਏਗੀ, ਤੇ ਜੇ ਗੁਰ ਜੁੜ ਗਿਆ ਤੇ ਗੁਰ ਮਤ ਹੋ ਜਾਏਗੀ। ਸਮਝ ਲੱਗੀ ਹੋਏਗੀ ਤੁਹਾਨੂੰ ਕਿ ਜੇਕਰ ਅਸੀਂ ਮਤ ਦੇ ਉੱਤੇ ਗੁਰੂ ਨੂੰ ਬਿਠਾ ਲਿਆ ਫਿਰ ਸਾਡੇ ਸਾਰੇ ਕਰਮ ਚੰਗੇ ਹੋਣਗੇ, ਭਾਵੇਂ ਮਨ ਮੈਲਾ ਹੈ ਪਰ ਮਤ ਮਨ ਦੇ ਉੱਤੇ ਹੋਰ ਮੈਲ ਨਹੀਂ ਲੱਗਣ ਦੇਗੀ, ਸਗੋਂ ਪਿਛਲੀ ਧੋਣੀ ਸ਼ੁਰੂ ਕਰੇਗੀ। ਪਰ ਜੇ ਮਤ ਦੇ ਉੱਤੇ ਦੁਰ ਬਿਠਾ ਦਿੱਤਾ ਫਿਰ ਉਹ ਦੁਰ ਮਤ ਹੋ ਜਾਏਗੀ। ਗੁਰਮਤ ਵਾਲੇ ਨੂੰ ਕੋਈ ਰੱਬ ਤੋਂ ਵਿਛੋੜ ਨਹੀਂ ਕਰ ਸਕਦਾ, ਜੁਦਾ ਨਹੀਂ ਕਰ ਸਕਦਾ, ਤੇ ਜਿੰਦੇ ਉੱਤੇ ਦੁਰ ਬੈਠ ਗਈ, ਦੁਰ ਮਤ ਹੋ ਗਈ, ਉਹਨੂੰ ਕੋਈ ਗੁਰੂ ਨਾਲ ਜੋੜ ਨਹੀਂ ਸਕਦਾ। ਉਲਟਾ ਹੈ ਨਾ ਜੀ, ਬਿਲਕੁਲ। ਹੁਣ ਦੇਖੋ ਤੁਸੀਂ ਗੁਰਦੁਆਰੇ ਆਉਂਦੇ ਹੋ, ਇੱਕ ਲਕਸ਼ ਰੱਖ ਕੇ ਤੁਰਦੇ ਹੋ ਨਾ ਕਿ ਜਾਣਾ ਹੈ ਜੀ ਕੈਨਿਕ ਰੋਡ ਤੇ ਪਹੁੰਚ ਜਾਵਾਂਗੇ। ਹੁਣ ਜੇ ਸਾਡੀ ਜ਼ਿੰਦਗੀ 'ਚ ਲਕਸ਼ ਹੀ ਨਾ ਹੋਵੇ, ਅਸੀਂ ਆਈਏ ਤੇ ਗੁਰਦੁਆਰੇ ਪਰ ਤੁਰਦੇ ਕਿਸੇ ਹੋਰ ਪਾਸੇ ਨੂੰ ਪਈਏ, ਫਿਰ ਅਸੀਂ ਕਦੀ ਨਹੀਂ ਪਹੁੰਚ ਸਕਾਂਗੇ। ਮਤ ਜਿਹੜੀ ਹੈ ਉਹ ਮਨ ਮੈਲਾ ਵੀ ਹੋਵੇ ਉਹ ਤਾਂ ਵੀ ਮੈਲ ਨੂੰ ਰੋਕ ਕੇ ਰੱਖਦੀ। ਕਈ ਫੈਸਲੇ ਐਸੇ ਨੇ ਜਿਹੜੇ ਉਹ ਕਰਨ ਨਹੀਂ ਦਿੰਦੀ, ਉਹ ਰੋਕ ਦਿੰਦੀ। ਜਿਵੇਂ ਵਿਦਵਾਨ ਇੱਕ ਉਦਾਹਰਨ ਦਿੰਦੇ ਸੀ, ਉਹ ਕਹਿੰਦੇ ਦੇਖੋ ਥਲੜਾ ਕਲਰਕ ਜਿਹੜਾ ਸੀ ਨਾ ਉਹ ਰਿਸ਼ਵਤਖੋਰ ਆ। ਮਨ ਨੂੰ ਨਾ ਕਲਰਕ ਕਿਹਾ, ਕਹਿੰਦੇ ਕਲਰਕ ਰਿਸ਼ਵਤਖੋਰ। ਕਲਰਕ ਦੇ ਉੱਤੇ ਜਿਹੜਾ ਅਫਸਰ ਬੈਠਾ ਸੀ ਉਹ ਵੀ ਰਿਸ਼ਵਤਖੋਰ, ਉਹ ਹੈ ਮਤ। ਹੁਣ ਕੋਈ ਫੁਰਨਾ ਮਨ 'ਚ ਪੈਦਾ ਹੋਇਆ ਤੇ ਉਹ ਕਲਰਕ ਨੇ ਜਾ ਕੇ, ਜਿੱਦਾਂ ਕਿਸੇ ਬੰਦੇ ਨੇ ਗਲਤ ਕੰਮ ਕਰਾਉਣੇ ਹੋਣ ਨਾ, ਉਹ ਜਾ ਕੇ ਥੱਲੇ ਜਾ ਕੇ ਕਹੇਗਾ ਕਿ ਕਰ ਦੋ, ਇੰਨੇ ਪੈਸੇ ਲੈ ਲਓ। ਉਹ ਕਹੇਗਾ ਲਿਆ ਪੈਸੇ ਫੜਾ ਤੇ, ਕਹੇਗਾ ਕਰਾਏਗਾ ਕਿਵੇਂ? ਕਹਿੰਦਾ ਮੇਰੇ ਉੱਤੇ ਜਿਹੜਾ ਬੈਠਾ ਨਾ ਉਹਨੇ ਵੀ ਅੱਧਾ ਲੈਣਾ ਇਹਦੇ ਚੋਂ। ਉਹ ਫਾਈਲਾਂ ਲੈ ਕੇ ਜਾਏਗਾ ਤੇ ਉਹ ਬੁੱਧੀ ਦੇ ਕੋਲ ਜਾਏਗਾ ਤੇ ਬੁੱਧੀ ਉਲਟੇ ਕੰਮ ਕਰੇਗੀ, ਦੁਰਮਤ ਕਰੇਗੀ। ਪਰ ਜੇ ਬੁੱਧੀ ਠੀਕ ਆ, ਅਫਸਰ ਉੱਤੇ ਸਿਆਣਾ ਬੈਠਾ ਹੈ, ਹੁਣ ਮਨ ਦੇ ਕੋਲ ਕੋਈ ਫਾਈਲ ਗਲਤ ਆ ਜਾਏ, ਫੁਰਨਾ ਗਲਤ ਆ ਜਾਏ ਤੇ ਉਹ ਕਵੇ ਜੇ ਕੋਈ ਕਿਵੇਂ ਕਰਾਏਗਾ ਕੰਮ, ਉਹ ਕਹਿੰਦਾ ਮੈਂ ਕੋਸ਼ਿਸ਼ ਕਰਾਂਗਾ, ਫਾਈਲਾਂ 'ਚ ਫਾਈਲਾਂ ਰੱਖ ਕੇ ਦੇ ਦਾਂਗਾ। ਪਰ ਜਦੋਂ ਜਾਂਦੀ ਆ ਨਾ ਉਹ ਬੁੱਧੀ ਕਹਿੰਦੀ ਮੈਂ ਕੱਲੀ ਕੱਲੀ ਫੋਲ ਕੇ ਦੇਖਾਂਗੀ ਕੀ ਲਿਖਿਆ, ਤੇ ਜਦੋਂ ਗਲਤ ਨਿਕਲਦਾ ਨਾ ਉਹਦੇ ਵਿੱਚੋਂ ਲਿਖਿਆ ਹੋਇਆ ਸੰਦੇਸ਼ ਥਾਟ ਗਲਤ ਆਉਂਦਾ, ਉਹ ਕਹਿੰਦੀ ਨਹੀਂ ਆਹ ਗਲਤ ਹੈ, ਇਹ ਨਹੀਂ ਮੈਂ ਕਰਨਾ। ਭਾਵੇਂ ਤੂੰ ਮੈਨੂੰ ਪੈਸੇ ਦੇ ਕੇ ਰਿਸ਼ਵਤ ਦੇ ਕੇ ਖਰੀਦਣਾ ਚਾਹੁੰਦਾ, ਪਰ ਮੈਂ ਉਲਟ ਕੰਮ ਨਹੀਂ ਕਰਨਾ, ਕਿਉਂਕਿ ਮੇਰੇ ਉੱਤੇ ਮੇਰਾ ਰੱਬ ਗੁਰੂ ਬੈਠਾ, ਉਹਨੇ ਮੇਰੇ ਤੋਂ ਪੁੱਛਣਾ ਹੈ ਕਿ ਕੀ ਕਰਕੇ ਆਇਆ। ਇਹ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ
कि भरिए मत पापां के संग। हुण मत जिहड़ी सी महाराज कहंदे ने जन्म जन्म की इस मन को मन लगी। मन ते मैला सी पर महाराज इत्थे मत कहंदे पए ने, कहंदे बुद्धि मैली जेकर हुंदी है भरिए मत पापां के संग ओ धुपै नामे के रंग। कहंदे हुण बुद्धि नूं धोना है ते नाम जपना पएगा, कोई साधन होर नहीं आ। महाराज अगे आखदे ने, इत्थे सबजैक्ट चेंज हुंदा है। महाराज कहंदे ने पुन्नी पापी आखन नाहे। बड़े तुहानूं हुण मिलणगे इवें दे बंदे ਜਿਹੜੇ ਐਸਾ ਗਿਆਨ ਦੇਣਗੇ, ਕਹਿਣਗੇ ਵੀ ਕੁਛ ਨਹੀਂ ਅੱਗੇ ਹੁੰਦਾ, ਜੋ ਕੁਛ ਹੈ ਇੱਥੇ ਹੀ ਹੈ, ਜੋ ਕੁਝ ਮਰਜ਼ੀ ਕਰੀ ਜਾਓ, ਇੱਥੇ ਹੀ ਸਾਰਾ ਕੁਝ ਹੈ, ਫੈਸਲੇ ਇੱਥੇ ਹੀ ਹੁੰਦੇ ਪਏ ਨੇ। ਮਹਾਰਾਜ ਕਹਿੰਦੇ ਇਹ ਕਹਿਣ ਦੀਆਂ ਗੱਲਾਂ ਨਹੀਂ, ਕਰ ਕਰ ਕਰਨਾ ਲਿਖ ਲੈ ਜਾਹੂ। ਕਹਿੰਦੇ ਇਹ ਲਿਖਿਆ ਜਾਣਾ ਹੈ, ਜਿਹਾ ਬੀਜੇ ਸੋਲ ਨੇ ਕਰਮਾ ਸੁਧਰਾ ਖੇਤ। ਮਹਾਰਾਜ ਪਾਤਸ਼ਾਹ ਕਹਿੰਦੇ ਤੂੰ ਬੀਜਦਾ ਪਿਆ ਏ, ਇਹਨੇ ਉਗ ਖਲੋਣਾ ਏ, ਤੇ ਜਿਹੜਾ ਉਗ ਖਲੋਤਾ ਇਹਨੂੰ ਵੱਢਣਾ ਜ਼ਰੂਰ ਪੈਣਾ। ਇਹ ਨਹੀਂ ਹੋ ਸਕਦਾ ਕਿ ਬੀਜਿਆ ਤੂੰ ਤੇ ਖਾਵੇਗਾ ਕੋਈ ਹੋਰ। ਪੁੰਨੀ ਪਾਪੀ ਆਖਣ ਨਾਹੇ। ਮਹਾਰਾਜ ਕਹਿੰਦੇ ਕਹਿਣ ਦੀਆਂ ਗੱਲਾਂ ਨੇ ਕਿ ਪੁੰਨੀ ਹੁੰਦੇ ਨੇ, ਪਾਪੀ ਹੁੰਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਸੱਚੀ ਗੱਲ ਜੇ ਹੁੰਦਾ ਹੈ ਸਾਰਾ ਕੁਝ, ਮਤ ਸੋਚੋ ਕਿ ਇਹ ਕੁਝ ਨਹੀਂ ਜੇ ਹੁੰਦਾ। ਮਹਾਰਾਜ ਕਹਿੰਦੇ ਕਰ ਕਰ ਕਰਨਾ लिख ले जाहु, आपे बीज आपे ही खाहु, नानक हुक्मी आओ जाहु। महाराज कहते ये पंडा बन्नी जा ते ये खड़नियां तेनू पैनियां ने। मत सोची कि पाप ते पुण्य नहीं होंगे। हर बंदा असी जिन्ने इत्थे बैठे हैं ना, सानू सारियां नू पता है कि साडे मन किवें दा है, मन च किवें दे ख्याल चलदे आ। कोल कोई बैठा है उन्होंने नहीं पता होएगा, पर दो नूं पता जरूर हुंदा है। एक सानू पता है ते एक गुरु नूं पता है कि साडा मन की सोचदा है, साडे मन थॉट किवें दे चलदे आ। विद्वान सज्जन कहंदे ने कर्म जिहड़े ने ना वो तीन तरह दे हुंदे ने। पाप तीन तरह दे कीते, उन्हां ने कीती वो कहंदे एक मन राहीं कीते जांदे आ, सिर्फ सोचिया। एक तन राहीं कीते जांदे आ, हत्थीं कुछ कर दित्ता। एक जुबान राहीं कीते जांदे आ, बोल के हत्थां राहीं कुछ नहीं किया पर मूंह बुरे बोल बोले, वो भी महाराज कहंदे ने कर्म बन जांदे आ। अगे सतगुर महाराज पातशाह इस तो अगे चलदे ने। महाराज कहंदे ने देखो तीरथ तप दया दत दान। पिछे महाराज कहंदे ने दया होनी चाहिए, धौल धर्म दया का पूत। महाराज कहंदे ने दया दे विचों धर्म पैदा हुंदा है, पर इत्थे महाराज कहंदे ने तीरथ तप दया दत दान जे को पावे तिल का मान। महाराज कहंदे जे तू तीर्थां ते जाना है, जे तू तप करदा है, जे तू दया करदा है, जे तू बहुत सारा दान देना है, कहंदे इनदा फल पता किन्ना, तिल जिन्ना, बस इस तो ज्यादा कोई नहीं। पर दूजे पासे महाराज कहंदे ने कि गुरु समान कोई तीर्थ नहीं हैगा। महाराज पातशाह कहंदे ने कि तीर्थ नाम जाओ, तीर्थ नाम है। हुण सतगुर महाराज बाणी दे विच इह गल आखदे ने, कहण लगे जिन्ना नैन निंदरावले तिना मिलन कवाओ। महाराज कहंदे ये असल च ना भाव जिहड़ा है ये सतगुर महाराज कहंदे ने कि एक हिस्सा हुंदा है, जिन्होंने महाराज ने पिछले असीं शब्द पढ़िया सी कि ਜਦੋਂ कोई तीर्थां ते जाके इशनान करदा ते वो कहंदा मेरे पाप लथ गए आ। एक भाव लथी नातिया, दोए भाव चढ़ी इस होर। उत्ते भाव दा मतलब कि एक हिस्सा ला के आया ते आके इन्ने पाप फिर कर ले के दो हिस्से होर उत्ते चढ़ गए। महाराज सच्चे पातशाह कहते ने तीर्थ ते गया, तीर्थ वर्त अरदान कर मन में धरे गुमान। महाराज कहते तीर्थां ते क्यों इत्थे महाराज ने कहा कि तिल दी ना मान मिलता है। महाराज कहते तीर्थ तप दया दत दान कि तीर्थां ते गया ते हौमे करके हंकार करके तीर्थ वर्त अरदान कर मन में धरे गुमान। हुण मन दे विच हंकार कर लिया कि मैं ते हर वारी जाना है तीर्थां ते। महाराज कहते कोई फायदा नहीं ज्ञान दा। दूसरा शब्द वरत्या तप। जे तप नूं सतगुर महाराज ने बाणी दे विच बहुत वारी खंडन किया। महाराज कहंदे ने तन ना तपाए तनूर ज्यों बालू हड ना बाल, सिर पैली क्या फेड़िया अंदर पीरी समाल। महाराज कहंदे आ शरीर रब ने दिता, इनू तंदूर ना बना,
ਇਹਨੂੰ ਤਪਾਂ ਦੀ ਭੱਠੀ ਨਾ ਬਣਾ। ਇਹ ਨਾ ਕਹਿ ਕੇ ਬਾਲਣ ਹੱਡ ਬਲਨ, ਇਹਦੇ ਸਰੀਰ ਦੇ ਵਿੱਚ ਤੂੰ ਹੱਡੀਆਂ ਨੂੰ ਬਾਲਣ ਬਣਾ ਕੇ ਨਾ ਸਾੜੀ ਜਾ। ਮਹਾਰਾਜ ਕਹਿੰਦੇ ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਮਿਲਨ। ਮਹਾਰਾਜ ਕਹਿੰਦੇ ਸਿਰ ਤੇ ਪੈਰਾਂ ਨੇ, ਬਾਬਾ ਫਰੀਦ ਸਾਹਿਬ ਦਾ ਸ਼ਲੋਕ ਹੈ ਕਿ ਜੇ ਪੈਰੀ ਥੱਕਾਂ ਸਿਰ ਜੁੱਲਾਂ ਜੇ ਮੋ ਪਿਰੀ ਮਿਲਨ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨਹੀਂ, ਅੰਦਰ ਬੈਠ ਕੇ ਪਿਆਰ ਦੇ ਨਾਲ ਚੌਂਕੜਾ ਲਾ ਕੇ ਉਹਨੂੰ ਜਪਨਾ ਕਰ। ਸੱਚੀ ਗੱਲ ਹੈ, ਜਿਹੜਾ ਚੌਂਕੜਾ ਨਹੀਂ ਲਾ ਸਕਦਾ ਉਹ ਲੰਮੇ ਪੈ ਕੇ ਵੀ ਜਪੇ ਤੇ ਮਹਾਰਾਜ ਤਾਂ ਵੀ ਨਾਰਾਜ਼ ਨਹੀਂ ਹੁੰਦੇ। ਕਹਿੰਦੇ ਤੂੰ ਜਪਦਾ ਤੇ ਪਿਆ ਨਾ। ਅੱਜ ਤੇ ਕੱਲਾ ਇਸ ਗੱਲ ਤੇ ਜੋਰ ਤਾਂ ਮਹਾਰਾਜ ਕਹਿੰਦੇ ਉਠਤ ਬੈਠਤ ਹਰ ਹਰ ਗਾਈਏ, ਮਾਰਗ ਚਲਤ ਹਰੇ ਹਰ ਧਿਆਈਏ। ਮਹਾਰਾਜ ਇਤਨੇ ਕਹਿੰਦੇ ਕਿ ਕੱਲਾ ਚੌਂਕੜਾ ਮਾਰ ਕੇ ਬੈਠਣਾ, ਹਾਂ ਸੰਭੂ ਅੰਮ੍ਰਿਤ ਵੇਲੇ ਨੂੰ, ਪਰ ਬੈਠਦਿਆਂ ਉੱਠਦਿਆਂ ਲੰਮੇ ਪਿਆ ਹਰ ਵੇਲੇ ਰੱਬ ਦੇ ਨਾਮ ਨੂੰ ਜਪੋ। ਕੋਈ ਐਸਾ ਸ਼ੇਨੀ ਨਾ ਹੋਵੇ ਜਿੱਦਣ ਅਸੀਂ ਰੱਬ ਦੇ ਨਾਮ ਤੋਂ ਵੱਖ ਹੋਈਏ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਦਇਆ ਦਾ ਭਾਵ ਹੈ ਕਿ ਕਿਸੇ ਜੀਵ ਤੇ ਦਇਆ ਕੀਤੀ। ਹੁਣ ਬੰਦਾ ਦਇਆ ਕਰਨਾ ਸੁਭਾਅ ਤੇ ਚੰਗੀ ਗੱਲ ਸੀ, ਪਰ ਦਇਆ ਇੱਕ ਪਾਸੇ ਤਾਂ ਦਇਆ ਕੀਤੀ ਜਾ ਰਹੀ, ਪਰ ਦੂਜੇ ਪਾਸੇ ਫਰਜ਼ਾਂ ਤੋਂ ਭੱਜਿਆ ਜਾ ਰਿਹਾ। ਇੱਕ ਪਾਸੇ ਤਾਂ ਗਾਵਾਂ ਨੂੰ ਪੇੜੇ ਖਵਾਏ ਜਾਂਦੇ ਆ, ਦੂਜੇ ਪਾਸੇ ਮਾਂ ਪਿਓ ਘਰੇ ਭੁੱਖੇ ਬੈਠੇ ਨੇ, ਉਹਨਾਂ ਨੂੰ ਰੋਟੀ ਨਹੀਂ ਖਵਾਈ ਜਾਂਦੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਕਿਹੜੀ ਦਇਆ। ਇੱਕ ਪਾਸੇ ਤੂੰ ਬੜਾ ਦਇਆਵਾਨ ਬਣ ਕੇ ਕਹਿੰਦਾ ਕਿ ਮੈਂ ਬੜਾ ਕੁਝ ਦੇਣਾ ਪਿਆ, ਮੈਂ ਤੇ ਚਿੜੀਆਂ ਕਾਵਾਂ ਨੂੰ ਰੋਟੀ ਰੋਜ਼ ਪਾਉਣਾ, ਮੈਂ ਤੇ ਗਾਵਾਂ ਨੂੰ ਪੱਠੇ ਪੇੜੇ ਖਵਾ ਕੇ ਆਉਣਾ। ਪਰ ਮਹਾਰਾਜ ਕਹਿੰਦੇ ਜਿਹੜਾ ਤੇਰਾ ਫਰਜ਼ ਸੀ ਕੀ ਤੂੰ ਉਹਨੂੰ ਨਿਭਾਇਆ। ਮਹਾਰਾਜ ਕਹਿੰਦੇ ਤਪ ਜ਼ਰੂਰੀ ਹੈ, ਪਰ ਤਪ ਉਹ ਜ਼ਰੂਰੀ। ਸਤਿਗੁਰੂ ਮਹਾਰਾਜ ਹੁਣ ਦੇਖੋ, ਇੱਕ ਚੌਂਕੜਾ ਮਾਰ ਕੇ ਬੈਠਾ ਹੈ ਤੇ ਆਸੇ ਪਾਸੇ ਅੱਗ ਦੀ ਧੂਣੀ ਲਾ ਕੇ ਬੈਠਾ ਹੈ, ਸਰੀਰ ਨੂੰ ਤਪਾਉਂਦਾ ਪਿਆ ਹੈ ਗਰਮੀਆਂ ਦੇ ਵਿੱਚ। ਇੱਕ ਸਿਆਲ ਦੇ ਵਿੱਚ ਸਿਰ ਦੇ ਉੱਤੇ 100 ਪਾਣੀ ਦਾ ਘੜਾ ਪਵਾਈ ਜਾਂਦਾ ਹੈ। ਇੱਕ ਪਾਣੀ ਦੇ ਵਿੱਚ ਖਲੋਤਾ ਬੜਾ ਚਿਰ ਖਲੋ ਜਾਂਦਾ, ਇੱਕ ਹੱਥ ਤਾਂ ਨੂੰ ਕਰਕੇ ਖਲੋਤਾ, ਇੱਕ ਪੁੱਠਾ ਲਟਕਿਆ ਹੈ। ਕਈ ਤਰ੍ਹਾਂ ਦੇ ਨਿਉਲੀ ਕਰਮ ਕਰੇ ਬੋ ਆਸਨ, ਜੈਨ ਮਾਰਗ ਸੰਜਮਤ ਸਾਧਨ, ਨਿਮਖ ਕਰ ਸਰੀਰ ਕਟਾਵੇ ਤੋ ਵੀ ਹਉਮੈ। ਇਹ ਸਾਰਾ ਕੁਝ ਤਪ ਸੀ। ਤੇ ਮਹਾਰਾਜ ਕਹਿੰਦੇ ਇਹਨੇ ਮੈਲ ਲਾਉਣੀ ਸੀ, ਸਗੋਂ ਹੋਰ ਲਾ ਦਿੱਤੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਤਪ ਦੇਖੋ, ਗੁਰੂ ਕੀ ਹਜ਼ੂਰੀ ਵਿੱਚ ਤੁਸੀਂ ਪੁਰਾਣਾ ਇਤਿਹਾਸ ਪੜ੍ਹ ਕੇ ਦੇਖ ਲਓ, ਜਿਨ੍ਹਾਂ ਨੇ ਸਾਰਾ ਦਿਨ ਘੋੜਿਆਂ ਨੂੰ ਪੱਠੇ ਪਾਏ, ਉਹਨਾਂ ਨੂੰ ਸਾਫ਼ ਸਫਾਈ ਕੀਤੀ, ਉਹਨਾਂ ਦੀ ਲਿੱਦ ਢੋਈ, ਸਿੱਖ ਕੌਮ ਨੇ ਉਹਨਾਂ ਨੂੰ ਨਵਾਬੀਆਂ ਦੇ ਦਿੱਤੀਆਂ। ਨਵਾਬ ਕਪੂਰ ਸਿੰਘ ਵਰਗੇ, ਜਿਨ੍ਹਾਂ ਨੇ ਸਾਰਾ ਦਿਨ ਬੈਠ ਕਰਕੇ ਲੋਹ ਦੇ ਉੱਤੇ ਪ੍ਰਸ਼ਾਦੇ ਪਕਾਏ। ਸਤਿਗੁਰੂ ਮਹਾਰਾਜ ਕਹਿੰਦੇ ਇਹ 7 ਘੰਟੇ ਲੋਹ ਤੇ ਪ੍ਰਸ਼ਾਦੇ ਪਕਾਉਣ ਵਾਲਿਆਂ ਦਾ ਤਪ ਜਿਹੜਾ ਹੈ, ਉਹਨਾਂ ਦਾ ਇੰਨਾ ਵੱਡਾ ਤਪ ਹੈ, ਜਿਹੜੇ ਸਿੱਧ ਤਪ ਕਰਦੇ ਨੇ ਉਹਨਾਂ ਤੋਂ ਕਈ ਗੁਣਾ ਫਲ ਉਹਨਾਂ ਨੂੰ ਮਿਲ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਇਹ ਗੁਰੂ ਦਾ ਘਰ ਐਸਾ ਹੁੰਦਾ ਹੈ ਕਿ ਇੱਥੇ ਤਾਂ ਤੁਸੀਂ ਕਿਤੇ ਕੋਈ ਚੀਜ਼ ਡਿੱਗੀ ਬੇਤ ਪ੍ਰਤੀਤੀ ਪਈ ਵੇਖੋ, ਉਹਨੂੰ ਤਰਤੀਬ ਦੇ ਦਿਓ, ਉਹਨੂੰ ਚੁੱਕ ਕੇ ਪਾਸੇ ਸੁੱਟ ਦਿਓ, ਕੋਈ ਕਾਗਜ਼ ਪਿਆ ਉਹਨੂੰ ਚੁੱਕ ਕੇ ਡਸਟਬਿਨ 'ਚ ਪਾ ਦਿਓ। ਸਤਿਗੁਰੂ ਮਹਾਰਾਜ ਕਹਿੰਦੇ ਇੱਕ ਤਿਲ ਨਹੀਂ ਭੰਨੇ ਕਾਲੇ, ਤੁਹਾਡੀ ਉਹ ਘਾਲਣਾ ਵਿਅਰਥ ਨਹੀਂ ਜਾਏਗੀ, ਉਹ ਵੀ ਤੁਹਾਡਾ ਸ਼ੁਭ ਕਰਮ ਬਣੇਗੀ। ਤੇ ਸ਼ੁਭ ਕਰਮ ਜਿਹੜੇ ਨੇ ਉਹਦੇ 'ਚ ਸੁੱਖ ਪੈਦਾ ਹੁੰਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ। ਹੁਣ ਅੱਗੇ ਮਹਾਰਾਜ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਉ। ਸੁਣਿਆ ਫਿਰ ਸੁਣ ਕੇ ਮੰਨਿਆ, ਤੇ ਮੰਨਣ ਤੋਂ ਬਾਅਦ ਵਿੱਚ ਮਨ ਦੇ ਵਿੱਚ ਪਰਮਾਤਮਾ ਦੇ ਨਾਮ ਪ੍ਰਤੀ ਪ੍ਰੇਮ ਪੈਦਾ ਹੋਇਆ। ਮਹਾਰਾਜ ਕਹਿੰਦੇ ਫਿਰ ਇਹ ਤਿੰਨੇ ਚੀਜ਼ਾਂ ਹੋਣਗੀਆਂ, ਫਿਰ ਅੰਤਰਗਤ ਤੀਰਥ ਮਲ ਨਾਓ। ਇੱਥੇ ਨਾਓ ਨਹੀਂ ਕਹਿਣਾ, ਇੱਥੇ ਨਾਓ। ਅੰਤਰਗਤ ਤੀਰਥ ਮਲ ਨਾਓ। ਸਤਿਗੁਰੂ ਮਹਾਰਾਜ ਕਹਿੰਦੇ ਇਹ ਅੰਤਰ ਆਤਮੇ ਤੀਰਥ ਹੈ, ਪਰ ਇਹ ਮਿਲਦਾ ਜਦੋਂ ਜਿੱਦਣ ਸੁਣਿਆ, ਜਿੱਦਣ ਮੰਨਿਆ ਤੇ ਜਿੱਦਣ ਉਹਦੇ ਨਾਲ ਪ੍ਰੇਮ ਪਾਇਆ। ਪਹਿਲੋਂ ਨਹੀਂ ਮਿਲਦਾ। ਮਹਾਰਾਜ ਬਾਤ ਅਸੀਂ ਕਈ ਵਾਰੀ ਖੰਡਨ ਕਰ ਲੱਗ ਪੈਂਦੇ ਆ ਨਾ, ਬਾਣੀ ਸੁਣੀ ਅਸੀਂ ਕਹਿ ਦਿੱਤਾ, ਅੱਧਾ ਸੁਣਿਆ ਅਸੀਂ ਕਿਹਾ ਜੀ ਨਹੀਂ, ਮਹਾਰਾਜ ਕਹਿੰਦੇ ਤੀਰਥ ਤਪ ਦਇਆ ਦਾ ਦਾਨ ਜੇ ਕੋ ਪਾਵੇ ਤਿਲਕਾ ਮਨ। ਨਹੀਂ ਜੀ, ਤੀਰਥਾਂ ਤੇ ਜਾਣਾ ਦਾਨ ਕਰਨ ਦਾ ਕੋਈ ਲਾਭ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਤੀਰਥ ਅੰਦਰ ਵੀ ਹੈ, ਪਰ ਮਿਲਦਾ ਉਦਲਿਆ ਜਿੱਦਣ ਸੁਣੇਗਾ, ਸੁਣ ਕੇ ਮੰਨੇਗਾ ਤੇ ਮੰਨ ਕੇ ਉਹਨੂੰ ਹਿਰਦੇ ਵਿੱਚ ਵਸਾਏਗਾ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਕਹਿੰਦੇ ਜਦੋਂ ਫਿਰ ਅੰਦਰਲਾ ਤੀਰਥ ਮਿਲਦਾ ਹੈ ਨਾ ਜੀ, ਫਿਰ ਮਹਾਰਾਜ ਕਹਿੰਦੇ ਲੋੜ ਨਹੀਂ ਪੈਂਦੀ ਬਹੁਤਾ ਟਾਈਮ ਲਾਉਣ ਦੀ, ਭਾਵੇਂ ਮਲ ਕੇ ਸਾਰਾ ਦਿਨ ਦਿਖਾਈ ਜਾ।
ਵੈਸੇ ਤੀਰਥਾਂ ਤੇ ਜਿਹੜੇ ਜਾਂਦੇ ਉੱਥੇ ਨਹਾਉਣ ਥੋੜੀ ਦਿੰਦੇ, ਮਲ ਮਲ ਕੇ ਨੂੰ ਕਹਿਣਗੇ ਛੇਤੀ ਬਾਹਰ ਨਿਕਲੋ, ਬੜੇ ਹੋਰ ਨੇ ਇਸ਼ਨਾਨ ਕਰਨ ਵਾਲੇ। ਪਰ ਮਹਾਰਾਜ ਕਹਿੰਦੇ ਜੇ ਸੁਣ ਕੇ ਨਾਮ ਨੂੰ ਜੇ ਮੰਨ ਲਿਆ, ਜਿਹਨੂੰ ਮਹਾਰਾਜ ਕਹਿੰਦੇ ਸੀ ਸੁਣਿਆ ਦੁਖ ਪਾਪ ਕਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼। ਜੇ ਸੁਣਿਆ ਤੇ ਮਨ ਦੇ ਵਿੱਚ ਵਿਗਾਸ ਪੈਦਾ ਹੋ ਗਿਆ, ਵਿਗਾਸ ਖੇੜਾ ਬਣ ਗਿਆ। ਤੇ ਮਹਾਰਾਜ ਕਹਿੰਦੇ ਨੇ ਫਿਰ ਖੇੜੇ ਤੋਂ ਬਾਅਦ ਵਿੱਚ ਫਿਰ ਮਹਾਰਾਜ ਕਹਿੰਦੇ ਨੇ ਮੰਨੇ ਕੀ ਗਤ ਕਹੀ ਨਾ ਜਾਵੇ। ਮਹਾਰਾਜ ਕਹਿੰਦੇ ਇਹ ਅਵਸਥਾ ਉਦੋਂ ਬਣਦੀ ਆ ਜਿੱਦਣ ਉਹ ਤੀਰਥ ਉਦੋਂ ਮਿਲਦਾ ਹੈ, ਸੁਣਿਆ ਮੰਨਿਆ ਮਨ ਕੀਤਾ ਭਾਉ। ਭਾਉ ਦੇ ਅਰਥ ਤੇ ਪ੍ਰੇਮ, ਉੱਪਰ ਭਾਉ ਆਇਆ ਸੀ ਉਹਦੇ ਅਰਥ ਸੀ ਹਿੱਸਾ। ਹੁਣ ਇੱਥੇ ਹੈ ਮਹਾਰਾਜ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਅੰਤਰ ਆਤਮੈ ਇੱਕ ਉੱਤਮ ਨਾਮ ਰੂਪੀ ਤੀਰਥ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮਲ ਨਹਾਓ, ਉਹਦੇ ਵਿੱਚ ਤੂੰ ਇਸ਼ਨਾਨ ਕਰ। ਸਤਿਗੁਰ ਮਹਾਰਾਜ ਅੱਗੇ ਕਿਰਪਾ ਕੀਤੀ। ਮਹਾਰਾਜ ਕਹਿੰਦੇ ਸਭ ਗੁਣ ਤੇਰੇ ਮੈਂ ਨਹੀਂ ਕੋਈ। ਮਹਾਰਾਜ ਕਹਿੰਦੇ ਇਹ ਜਿੰਨੇ ਗੁਣ ਤੂੰ ਦਿੱਤੇ ਨਾ, ਦੇਖੋ ਹੰਕਾਰ ਜਿਹੜਾ ਹੁੰਦਾ ਹੈ ਨਾ ਉਹ ਗੁਣਾਂ ਦਾ ਹੁੰਦਾ ਹੈ। ਚੋਰ ਕਾਹਦਾ ਹੰਕਾਰ ਕਰੇਗਾ ਕਿ ਮੈਂ ਚੋਰੀ ਕਰਦਾ ਹੈ, ਡਾਕੂ ਕਾਹਦਾ ਹੰਕਾਰ ਕਰੇਗਾ ਡਾਕਾ ਮਾਰ ਲੈਣਾ ਹੈ, ਲੁਟੇਰਾ ਕਾਹਦਾ ਹੰਕਾਰ ਕਰੇਗਾ, ਜਿਹੜਾ ਸੋਹਣਾ ਹੀ ਨਹੀਂ ਉਹ ਕਾਹਦਾ ਸੁੰਦਰਤਾ ਦਾ ਹੰਕਾਰ ਕਰੇਗਾ, ਜਿੰਦੀ ਆਵਾਜ਼ ਸੁਰੀਲੀ ਨਹੀਂ ਉਹ ਕਾਹਦਾ ਗਾਉਣ ਦਾ ਹੰਕਾਰ ਕਰ ਸਕਦਾ ਹੈ, ਜਿਹਨੂੰ ਕਦੇ ਲਿਖਣਾ ਨਹੀਂ ਆਉਂਦਾ ਉਹ ਕਾਹਦਾ ਗੁਣਾਂ ਦਾ ਹੰਕਾਰ ਕਰੇਗਾ ਕਿ ਮੈਨੂੰ ਬੜਾ ਸੋਹਣਾ ਮੈਂ ਲਿਖਦਾ। ਮਹਾਰਾਜ ਕਹਿੰਦੇ ਹੰਕਾਰ ਹਮੇਸ਼ਾ ਗੁਣਾਂ ਤੇ ਖਲੋਤਾ ਹੁੰਦਾ ਹੈ, ਔਗਣ ਦਾ ਕੋਈ ਹੰਕਾਰ ਨਹੀਂ ਕਰਦਾ। ਔਗਣਾਂ ਨੂੰ ਤੇ ਬੰਦਾ ਲੁਕਾਉਂਦਾ ਹੈ, ਕਿਸੇ ਨੂੰ ਪਤਾ ਹੀ ਨਾ ਲੱਗੇ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਜਿੱਦਣ ਅੰਤਰ ਆਤਮੇ ਤੀਰਥ ਦੇ ਉੱਤੇ ਇਸ਼ਨਾਨ ਹੋਵੇਗਾ, ਮਹਾਰਾਜ ਕਹਿੰਦੇ ਨੇ ਫਿਰ ਇਹ ਅੰਦਰੋਂ ਪ੍ਰਗਟ ਹੁੰਦਾ ਹੈ ਵਿਨ ਸਭ ਗੁਣ ਤੇਰੇ ਮੈਂ ਨਾਮ ਕੋਈ। ਕਿ ਹੇ ਵਾਹਿਗੁਰੂ ਜੀ ਇਹ ਜੋ ਕੁਝ ਤੂੰ ਸਾਜਿਆ, ਜੋ ਬਣਾਇਆ, ਜੋ ਕੁਝ ਮੈਨੂੰ ਤੂੰ ਦਿੱਤਾ, ਜੋ ਮੇਰੀ ਸੁਰਤ ਦਾ ਖੇੜਾ ਮਿਲਿਆ, ਜੋ ਵਿਕਾਸ ਮਿਲਿਆ, ਜੋ ਆਨੰਦ ਮਿਲਿਆ, ਮਹਾਰਾਜ ਇਹ ਸਾਰਾ ਕੁਝ ਤੇਰਾ ਹੈ। ਸਾਡੇ ਵਿੱਚ ਤਾਂ ਕੁਝ ਨਹੀਂ, ਵਿਣ ਗੁਣ ਕੀਤੇ ਭਗਤ। ਇੱਥੇ ਤੱਤੇ ਨੂੰ ਸਿਆਰੀ ਭਗਤੀ ਨਹੀਂ ਹੋ ਸਕਦੀ। ਮਹਾਰਾਜ ਕਹਿੰਦੇ ਨੇ ਗੁਣ ਵੀ ਇੱਕ ਭਗਤੀ ਹੈ, ਕੀਰਤਨ ਭਗਤੀ ਹੈ, ਸ਼ਰਵਣ ਭਗਤੀ ਹੈ, ਮੰਨਣ ਭਗਤੀ ਹੈ, ਪ੍ਰੇਮ ਭਗਤੀ ਹੈ। ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਬਿਨਾਂ ਗੁਣਾ ਤੋਂ ਭਗਤੀ ਨਹੀਂ ਹੋ ਸਕਦੀ। ਇੱਕ ਮਹਾਰਾਜ ਬਚਨ ਆਖਦੇ ਨੇ, ਮਹਾਰਾਜ ਕਹਿੰਦੇ ਨੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜਿੰਨੇ ਜਿੰਨੇ ਅਸੀਂ ਔਗਣ ਕਰੀ ਜਾਵਾਂਗੇ, ਜਿੰਨੇ ਜਿੰਨੇ ਗੁਨਾਹ ਕਰੀ ਜਾਵਾਂਗੇ, ਸਤਿਗੁਰ ਮਹਾਰਾਜ ਕਹਿੰਦੇ ਨੇ ਕਿ ਉਨੀਆਂ ਹੀ ਸਾਡੇ ਗਲ ਦੇ ਵਿੱਚ ਜਾਂ ਸਾਡੇ ਹੱਥਾਂ ਬਾਹਾਂ ਨੂੰ ਰੱਸੀਆਂ ਪੈਣ ਲੱਗ ਪਈਆਂ, ਜੰਜੀਰਾਂ ਪੈਣ ਲੱਗ ਪਈਆਂ, ਅਸੀਂ ਹੋਰ ਵੱਧਦੇ ਗਏ। ਫਿਰ ਸਤਿਗੁਰ ਮਹਾਰਾਜ ਕਹਿੰਦੇ ਨੇ ਫਿਰ ਕੱਟੀਆਂ ਕਿੱਦਾਂ ਜਾਣ, ਉਹ ਕਿਵੇਂ ਉਹਨਾਂ ਤੋਂ ਨਿਕਲਾਂਗੇ। ਮਹਾਰਾਜ ਕਹਿੰਦੇ ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਗੁਣਾਂ ਨੂੰ ਮਹਾਰਾਜ ਕਹਿੰਦੇ ਇਹ ਮੇਰੇ ਭਰਾ ਨੇ, ਇਹ ਮੇਰੇ ਦੋਸਤ, ਮੇਰੇ ਮਿੱਤਰ ਨੇ। ਸਤਿਗੁਰ ਮਹਾਰਾਜ ਕਹਿੰਦੇ ਜੇ ਗੁਣ ਹੈ ਤਾਂ ਔਗਣਾਂ ਦੀਆਂ ਰੱਸੀਆਂ ਕੱਟੀਆਂ ਜਾ ਸਕਦੀਆਂ। ਨਾਨਕ ਔਗਣ ਜਿਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਸਤਿਗੁਰ ਮਹਾਰਾਜ ਕਹਿੰਦੇ ਵਿਨ ਗੁਣ ਕੀਤੇ ਭਗਤ ਨਾ ਹੋਏ। ਗੁਣ ਸ਼ੁਭ ਗੁਣ ਨੇ। ਮਹਾਰਾਜ ਬਾਰ-ਬਾਰ ਆਖਣਗੇ ਸਤ, ਸੰਤੋਖ, ਦਇਆ, ਧਰਮ, ਧੀਰਜ, ਇਹਨਾਂ ਨੂੰ ਅਪਣਾਉਣਾ ਹੈ ਜੀ ਅਸੀਂ। ਇਹ ਗੁਣ ਨੇ ਤੇ ਬਿਨਾਂ ਗੁਣਾਂ ਤੋਂ, ਬਿਨਾਂ ਸਤ ਤੋਂ ਸੱਚ ਨਾਲ ਕਿਵੇਂ ਜੁੜਾਂਗੇ ਜੀ ਦੱਸੋ। ਸਤ ਸੰਤੋਖ ਨਾ ਹੋਏਗਾ, ਬੰਦਾ ਲਾਲਚ ਚ ਵੱਜਿਆ ਫਿਰਦਾ, ਉਹ ਧਰਮ ਕਿੱਥੇ ਕਮਾਏਗਾ। ਉਹ ਤੇ ਕਹੇਗਾ ਮੇਰਾ ਕੰਮ ਕਿਵੇਂ ਬਣੇ, ਮੈਂ ਕਿਵੇਂ ਠੱਗੀ ਠੋਰੀ ਮਾਰਾਂ। ਸਤ, ਸੰਤੋਖ, ਦਇਆ, ਧਰਮ, ਧੀਰਜ ਇਹ ਗੁਣ ਨੇ। ਤੇ ਮਹਾਰਾਜ ਕਹਿੰਦੇ ਵਿਨ ਗੁਣ ਕੀਤੇ ਭਗਤ ਨਾ ਹੋਏ। ਬਿਨਾਂ ਗੁਣਾਂ ਤੋਂ ਭਗਤੀ ਪ੍ਰਾਪਤ ਨਹੀਂ ਹੁੰਦੀ। ਭਗਤੀ ਬੈਠੇ ਨਹੀਂ ਜਾਂਦਾ। ਚੌਂਕੜਾ ਮਾਰ ਕੇ ਬੈਠਿਆ ਵੀ ਤ੍ਰਿਸ਼ਨਾਲੂ ਬੰਦਾ ਜਿਹੜਾ ਹੈ ਉਹ ਮਾਇਆ ਹੀ ਬਾਰੇ ਸੋਚਦਾ ਹੈ ਕਿ ਮਾਇਆ ਕਿਵੇਂ ਇਕੱਠੀ ਕਰਨੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕੀ ਆਖਦੇ ਨੇ ਸਵਸਤ ਆਖ ਬਾਣੀ ਬਰਮਾਓ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿ ਲੋਕ ਬੜੇ ਵਿਸ਼ੇਸ਼ਣ ਰੱਬ ਨੂੰ ਦਿੰਦੇ ਆ, ਤੇ ਮਹਾਰਾਜ ਕਹਿੰਦੇ ਸੱਚ ਕਰਕੇ ਜਾਣੋ ਉਹ ਪਰਮਾਤਮਾ ਜਿਹੜਾ ਹੈ ਨਾ ਉਹ ਅਤ ਦਾ ਸੁੰਦਰ ਹੈ, ਉਹਦੇ ਵਰਗਾ ਹੋਰ ਕੋਈ ਹੈ ਹੀ ਨਹੀਂ।
ਉਹ ਸੁਹਾਨ ਹੈ, ਉਹ ਸਤ ਸੁਹਾਨ ਸਦਾ ਮਨ ਚਾਓ, ਉਹ ਸਦਾ ਸੋਭਾ ਪਾਉਂਦਾ ਪਿਆ ਏ। ਸਤਿਗੁਰੂ ਮਹਾਰਾਜ ਕਹਿੰਦੇ ਲੋਕ ਬ੍ਰਹਮੇ ਦੀ ਵਡਿਆਈ ਕਰਦੇ ਨੇ, ਵਿਸ਼ਨੂੰ ਦੀ ਕਰਦੇ ਨੇ। ਲੋਕ ਕਹਿੰਦੇ ਨੇ ਆਦਿ ਤੋਂ ਹੈ ਬ੍ਰਹਮਾ, ਲੋਕ ਕਹਿੰਦੇ ਨੇ ਵਿਸ਼ਨੂੰ ਧਰਤੀ ਚਲਾਉਂਦਾ ਪਿਆ ਏ, ਲੋਕ ਕਹਿੰਦੇ ਨੇ ਬ੍ਰਹਮਾ ਨੇ ਪੈਦਾ ਕੀਤੀ। ਸਤਿਗੁਰੂ ਮਹਾਰਾਜ ਕਹਿੰਦੇ ਸਭ ਕੁਝ ਪਿੱਛੇ ਆ, ਸਾਰਿਆਂ ਤੋਂ ਸ਼੍ਰੇਸ਼ਟ ਜੇਕਰ ਹੈ ਤੇ ਉਹ ਵਾਹਿਗੁਰੂ ਪਰਮਾਤਮਾ ਹੈ। ਸਤ ਸੁਹਾਨ ਸਦਾ ਮਨ ਚਾਓ, ਜਿੰਦੇ ਉੱਤੇ ਹਮੇਸ਼ਾ ਜਿੰਦੇ ਉੱਤੇ ਖੇੜਾ ਹੈ। ਨਾਨਕ ਕਹਿ ਕਰ ਸਦਾ ਆਨੰਦ। ਹੁਣ ਦੇਖੋ ਕਈ ਵਾਰੀ ਬੰਦਾ ਸੋਚਦਾ ਹੈ ਕਿ ਮੈਨੂੰ ਰੱਬ ਮਿਲ ਗਿਆ ਹੈ ਜੀ, ਪਰ ਮਹਾਰਾਜ ਕਹਿੰਦੇ ਜੇ ਰੱਬ ਮਿਲਿਆ ਤਾਂ ਫਿਰ ਆਨੰਦ ਹੋਣਾ ਚਾਹੀਦਾ ਹੈ। ਕਈ ਵਾਰੀ ਕਈ ਕਹਿੰਦੇ ਜੀ ਆਨੰਦ ਸਾਡੇ ਕੋਲ ਬਹੁਤ ਹੈ, ਪਰ ਰੱਬ ਦਾ ਕੋਈ ਅਜੇ ਨਹੀਂ ਅਤਾ ਪਤਾ ਕਿ ਮਿਲੇਗਾ ਕਿ ਨਹੀਂ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਜਿੱਦਣ ਰੱਬ ਮਿਲਦਾ ਹੈ ਉਦਣ ਆਨੰਦ ਮਿਲਦਾ ਹੈ। ਜਿੱਦਣ ਆਨੰਦ ਮਿਲ ਗਿਆ ਸਮਝੋ ਰੱਬ ਵੀ ਮਿਲਿਆ ਹੈ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਮਤਲਬ ਗੁਰੂ ਪਾਇਆ ਤੇ ਆਨੰਦ ਮਿਲਿਆ ਹੈ। ਸਤਿਗੁਰੂ ਮਹਾਰਾਜ ਕਹਿੰਦੇ ਸਤ ਸੁਹਾਨ ਸਦਾ ਮਨ ਚਾਓ। ਇਸ ਤੋਂ ਅੱਗੇ ਮਹਾਰਾਜ ਫਿਰ ਵਿਸ਼ਾ ਇੱਥੋਂ ਬਦਲਦਾ ਹੈ ਜੀ। ਸਤਿਗੁਰੂ ਮਹਾਰਾਜ ਕਹਿੰਦੇ ਕਵਨ ਸੋ ਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ। ਹੁਣ ਇਹਦੇ ਵਿੱਚ ਵੇਲਾ ਵਕਤ ਇਹ ਸ਼ਬਦ ਜਿਹੜੇ ਨੇ ਇਹ ਦੋਵੇਂ ਪੂਰਬ ਤੇ ਪੱਛਮ ਦੇ ਦੋਨੇ ਆ ਜਾਣਗੇ। ਮਹਾਰਾਜ ਇੱਕ ਸਵਾਲ ਕਰਦੇ ਨੇ, ਕਹਿੰਦੇ ਦੱਸੋ ਵੇਲਾ ਕਿਹੜਾ ਸੀ, ਸਮਾਂ ਟਾਈਮ ਕਿੰਨਾ ਸੀ ਉਦੋਂ, ਵਕਤ ਕਵਨ, ਫਿਰ ਉਹ ਵਕਤ ਵੇਲਾ ਵਕਤ ਇੱਕੋ ਗੱਲ। ਫਿਰ ਮਹਾਰਾਜ ਕਹਿੰਦੇ ਨੇ ਕਵਨ ਥਿਤ ਕਵਨ ਵਾਰ, ਕਿ ਉਦਣ ਤਰੀਕ ਕਿਹੜੀ ਸੀ, 15 ਥਿੱਤਾਂ ਨੇ ਉਹਨਾਂ ਚੋਂ ਥਿੱਤ ਕਿਹੜੀ ਸੀ ਤੇ ਦਿਨ ਕਿਹੜਾ ਸੀ, ਸੰਡੇ ਮੰਡੇ ਸੀ, ਸੋਮਵਾਰ ਐਤਵਾਰ ਕਿਹੜਾ ਸੀ ਦਿਨ। ਅੱਗੇ ਮਹਾਰਾਜ ਕਹਿੰਦੇ ਕਵਨ ਸੇ ਰੁੱਤੀ, ਇਹਨੂੰ ਸੇ ਨਹੀਂ ਪੜੀਦਾ, ਸੱਸੇ ਨੂੰ ਸਿਹਾਰੀ ਲੱਗੀ, ਲਘੂ ਮਾਤਰਾ ਹੁੰਦੀ, ਇਹਦਾ ਉਚਾਰਨ ਕੇਵਲ ਅੱਧਾ ਹੁੰਦਾ। ਕਵਨ ਸੇ ਰੁੱਤੀ ਮਾਰੁ ਕਵਨ ਜਿਤ ਹੋਵਾ ਆਕਾਰ, ਆਕਾਰ ਨਹੀਂ ਪੜਨਾ, ਜਿਤ ਹੋਵਾ ਆਕਾਰ। ਮਹਾਰਾਜ ਕਹਿੰਦੇ ਦੱਸੋ ਇਹ ਆਕਾਰ ਜਿਹਨੂੰ ਹੁਕਮੀ ਹੋਵਨ ਆਕਾਰ। ਆਪਾਂ ਰੋਜ਼ ਇਹ ਗੱਲ ਆਖਦੇ ਪਏ ਕਿ ਜਪਜੀ ਸਾਹਿਬ ਦੀ ਵਿਆਖਿਆ ਜਪਜੀ ਸਾਹਿਬ ਕਰੀ ਜਾਂਦੀ ਆ। ਮਹਾਰਾਜ ਕਹਿੰਦੇ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਏ। ਹੁਣ ਇੱਥੇ ਮਹਾਰਾਜ ਕਹਿੰਦੇ ਕਵਨ ਸੋ ਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੇ ਰੁੱਤੀ ਮਾਹੁ ਕਵਨ ਜਿਤ ਹੋਵਾ ਆਕਾਰ, ਹੁਕਮੀ ਹੋਵਨ ਆਕਾਰ। ਇਹ ਜਦੋਂ ਕੀਤਾ ਪਸਾਓ ਇੱਕ ਹੁਕਮ ਕਿ ਜਦੋਂ ਇਹ ਮਹਾਰਾਜ ਤੁਸੀਂ ਪਸਾਓ ਕੀਤਾ, ਇਹ ਬਣਾਇਆ ਜੋ ਕੁਛ ਤੁਸੀਂ ਆ, ਇਹ ਦੱਸੋ ਕਿ ਉਦੋਂ ਸਮਾਂ ਕਿਹੜਾ ਸੀ, ਵਕਤ ਕਿਹੜਾ ਸੀ, ਰੁੱਤ ਕਿਹੜੀ ਸੀ, ਮਹੀਨਾ ਕਿਹੜਾ ਸੀ, ਥਿਤ ਕਿਹੜੀ ਸੀ, ਵਾਰ ਕਿਹੜਾ ਸੀ, ਸਮਾਂ ਕਿੰਨਾ ਸੀ ਜਦੋਂ ਤੁਸੀਂ ਇਹ ਬਣਾਇਆ ਸਾਰਾ ਕੁਝ। ਹੁਣ ਸਤਿਗੁਰੂ ਮਹਾਰਾਜ ਅੱਗੇ ਕਲੀਅਰ ਕਰਦੇ ਆ, ਕਿਉਂਕਿ ਬਹੁਤ ਸਵਾਲ ਸੀ ਸਾਰਿਆਂ ਦੇ ਮਨ 'ਚ ਕਿ ਧਰਤੀ ਕਿਦੋਂ ਬਣੀ। ਮਹਾਰਾਜ ਕਹਿੰਦੇ ਨੇ ਵੇਲ ਨਾ ਪਾਈਆਂ ਪੰਡਤੀ, ਵੇਲ ਤੋਂ ਭਾਵ ਵੀ ਤੇ ਟਾਈਮ ਆ ਗਿਆ ਜੀ ਕਿ ਵੇਲ ਨਾ ਪਾਈਆਂ ਪੰਡਤੀ ਜੇ ਹੋਵੇ ਲੇਖ ਪੁਰਾਣ। ਕਹਿੰਦੇ ਪੁਰਾਣ ਪੜ੍ਹ ਕੇ ਦੇਖੋ, ਹਿੰਦੂ ਧਰਮ ਦੇ ਸਾਰੇ ਗ੍ਰੰਥ ਪੜ੍ਹ ਲਓ। ਪੁਰਾਣ ਤੋਂ ਭਾਵ ਕਿ ਸਾਰੇ ਇਹਨਾਂ ਦੇ ਮਿਥੋਲੋਜੀ ਦੇ ਜਿੰਨੇ ਗ੍ਰੰਥ ਨੇ ਸਾਰਿਆਂ ਨੂੰ ਪੜ੍ਹੋ ਤੁਸੀਂ, ਵੇਦ ਪੜ੍ਹੋ, ਸ਼ਾਸਤਰ ਪੜ੍ਹੋ, ਸਿਮਰਤੀਆਂ ਪੜ੍ਹੋ, ਪੁਰਾਣ ਪੜ੍ਹੋ। ਮਹਾਰਾਜ ਪਾਲ ਕਹਿੰਦੇ ਨੇ ਕਿ ਇਹਨਾਂ ਦੇ ਵਿੱਚ ਇੱਕ ਵੀ ਐਸਾ ਲੇਖ ਨਹੀਂ ਮਿਲੇਗਾ ਜਿੰਦੇ 'ਚ ਇਹ ਜ਼ਿਕਰ ਕੀਤਾ ਹੋਵੇ ਕਿ ਰੱਬ ਨੇ ਧਰਤੀ ਬਣਾਈ ਕਿਉਂ। ਮਹਾਰਾਜ ਕਹਿੰਦੇ ਨੇ ਵੇਲ ਨਾ ਪਾਈਆਂ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ। ਇੱਕ ਪੰਜਾਬ 'ਚ ਜਿਹੜੇ ਬਟਾਲੇ ਵਾਲੇ ਪਾਸੇ ਰਹਿੰਦੇ ਆ ਨਾ, ਜਿਨ੍ਹਾਂ ਨੂੰ ਪਤਾ ਹੋਏਗਾ, ਉੱਥੇ ਇੱਕ ਨਗਰ ਹੈ ਜੀ ਕਾਦੀਆਂ। ਉਹ ਕੀ ਕਹਿੰਦੇ ਨੇ, ਇਸਲਾਮ ਧਰਮ ਦੇ ਵਿੱਚ ਨਾ 3 ਫਿਰਕੇ ਆ, ਇੱਕ ਸ਼ੀਆ, ਇੱਕ ਸੁੰਨੀ ਤੇ ਇੱਕ ਅਹਿਮਦੀ ਨੇ, ਇਹ ਕਾਦੀਆਂ ਵਾਲੇ। ਉਹ ਕਾਦੀਆਂ ਵਾਲੇ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਇਹ ਕਹਿ ਕੇ ਗਏ ਸੀ ਕਿ ਵਕਤ ਨਾ ਪਾਇਓ ਕਾਦੀਆਂ, ਕਿ ਕਾਦੀਆਂ ਵਾਲੇ ਨਾਲ ਨਹੀਂ ਤੁਸੀਂ ਵਕਤ ਪਾਉਣਾ, ਉਹਨਾਂ ਨਾਲ ਲੜਨਾ ਨਹੀਂ ਆ। ਗੁਰੂ ਨਾਨਕ ਤੁਹਾਨੂੰ ਕਹਿ ਕੇ ਗਏ ਨੇ ਕਿ ਗੁਰੂ ਨਾਨਕ ਇਹ ਆਪ ਕੇ ਗਏ ਕਾਦੀਆਂ ਵਾਲਿਆਂ ਨਾਲ ਨਾ ਲੜਿਓ, ਸ਼ੀਆਂ ਨਾਲ ਲੜਿਓ, ਸੁੰਨੀਆਂ ਨਾਲ ਲੜਿਓ, ਪਰ ਅਹਿਮਦੀਆਂ ਕਾਦੀਆਂ ਵਾਲਿਆਂ ਨਾਲ ਨਹੀਂ ਲੜਨਾ ਤੁਸੀਂ। ਪਰ ਇੱਥੇ ਜਿਹੜਾ ਵਕਤ ਸ਼ਬਦ ਹੈ ਉਹਦਾ ਵੀ ਅਰਥ ਵੇਲਾ ਹੈ। ਮਹਾਰਾਜ ਵੇਲਾ ਤੇ ਵਕਤ ਜਿਹੜਾ ਹੈ ਉਹ ਦੋਨੋਂ ਇੱਕੋ, ਪੂਰਬ ਤੇ ਪੱਛਮ ਦੇ ਇਹ ਦੋਨੋਂ ਸ਼ਬਦ ਨੇ। ਮਹਾਰਾਜ ਕਹਿੰਦੇ ਨੇ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ। ਕਹਿੰਦੇ ਹਿੰਦੂਆਂ ਨੂੰ ਛੱਡੋ, ਤੁਸੀਂ ਮੁਸਲਮਾਨਾਂ ਨੂੰ ਪੁੱਛ ਲਓ ਕਿ ਕੁਰਾਨ ਹਦੀਸਾਂ ਪੜ੍ਹ ਕੇ ਦੱਸੋ ਕਿ ਕੀ ਉਹਦੇ ਵਿੱਚ ਲਿਖਿਆ ਹੈ ਕਿ ਰੱਬ ਨੇ ਇਹ ਧਰਤੀ ਸਾਜੀ ਕਿਦੋਂ।
सतगुरु महाराज अगे आखते ने, कहते थितवार हुण जोगियां दे महाराज सामने होए। महाराज कहते दसो थितवार ना जोगी जाने रुत माह ना कोई। महाराज कहते दसो तुहानू पता है 700 साल 800 साल 500 साल इन्नियां लंबियां लंबियां उमरां बनाईयां। महाराज कहते ये दसो कि कोई थित कोई वार दिन मुहूर्त तुहानू पता है रुत माह ना कोई जा करता सिरठी को साजे। इत्थे सृष्टि या सिरठी पाठ करना, सृष्टि नहीं करना। जा करता जा नहीं कहना, बिंदी ला के नहीं। जा करता तो भाव है कि जदों परमात्मा ने सृष्टि साधी, जान दे अर्थ हुंदा ना होर, जिद्दां 2 प्रश्न लिखे हुंदे सी ना क्वेश्चन पेपर च कि आ कर लो जां ए कर लो। इत्थे जा नहीं, अदर नहीं आ, इत्थे है जा। जिस वेले रब ने सृष्टि साजी, जा करता सृष्टि को साजे आपे जाने सोई। महाराज सच्चे पातशाह तुसीं दसो फिर, ना जोगियां नूं पता ना कुरान दे विच हिंदुआं मुसलमानां नूं पता। महाराज गुरु नानक तुसीं दसो कि किदों रब ने ये सृष्टि साजी। महाराज कहते ने जा करता सृष्टि को साजे आपे जाने सोई। वो आप ही जानता है कि उन्हें किदों बनाई, मैं भी नहीं इस गल नूं जानता। सच्चे पातशाह महाराज अगे कहते ने क्यों कर आखां क्यों सलाही क्यों वरनी क्यों जाना। कहते ने दसो फिर उन्होंने आखिए किवें, क्यों कर आखा केवल सलाही उनकी सिफत सलाह दसो किवें करिए, क्यों वरनी किवें उनका व्याख्यान करिए, किव जाना ते किवें उन्होंने जान सकते हैं। सतगुरु महाराज कहते ने नानक आखन सबको आखे एक दो एक सियाना। सतगुरु महाराज कहते इत्थे बड़े सियाने ने, बड़े अपने आप को आलो फादल कहने वाले ने, पर सारे ये आखदे पे ने कि किवें आखिए किवें दसीए। सतगुरु महाराज कहते ने वड्डा साहिब वड्डी नाई कीता जाका होवे, ओ मालक वड्डा है। उनदी नाई दे अर्थ हुंदे ने उनदी वडियाई भी वड्डी है। जिहड़ा वड्डा हुंदा है ना उनदी वडियाई भी वड्डी हुंदी है। वड्डे कीआं वडियाईयां कुछ कहना कहन ना जाए। महाराज कहते वड्डे दियां वडियाईयां वड्डियां ने, ते महाराज कहते कीता जाका होवे। फिर इत्थे जाका है, जाका नहीं पाठ करना। वड्डा साहिब वड्डी नाई कीता जाका होवे, जो कुछ है वो उनदा कीता हुंदा पिया है। नानक जेको आपों जाने, आपो घोड़े नाल नहीं कनौड़े नाल, आपों जाने अगे गया ना सोहे। महाराज कहते वो अपने कीते नूं आप जानदा है, ते जेड़े उनके मार्ग ते चलदे ने वो अगे शोभा पाउंदे ने। दूसरा भावें किन्ने मर्जी पखंड कर लो, जतन कर लो, विखावे कर लो। महाराज कहते ने कर्म धर्म पाखंड जो दिसै तिन जम जगाती लुटै। निर्वाण कीर्तन गावो करते का निमख सिमरत जिद छुटे। नाम ते कहते कि निमख मात्र भी बंदे नूं तार दिंदा है, ते कई सारी जिंदगी विखावा करते रहंदे ने। ते खेड मस्कीन साहब कहंदे हुंदे सी, कहंदे बड़े मिलणगे ऐसे जिहड़े कहणगे जी मस्कीन साहब 5 सुखमनी साहब करदा है। कहंदे मैं आख दिंदा सी कि झलक ते एक दी भी नहीं दिसदी पई, एक पौड़ी दी एक शब्द दी नहीं दिखाई दिंदी, एक श्लोक एक पंक्ति नहीं दिसदी पई। कि सुखमनी तां इन्नी ठंडी आ कि जेकर लाहौर सारा गर्म होया पिया है, जेकर जहांगीर गर्म होया पिया, जेकर चंदू गर्म है, जेकर मुर्तजा खान वो गर्म होया पिया है, जेकर शेख अहमद सरहंदी शेख फरीद बुखारी गर्म होए पे ने, जेकर लोह गर्म हो चुकी आ, जेकर वो देग गर्म हो चुकी आ, अग गर्म हो चुकी आ, रेत गर्म हो चुकी आ। सुखमनी ते इन्ना ठंडा, गुरु अर्जन ते फिर ठंडे ने, वो तो फिर नहीं तपदे पे। सतगुरु महाराज पातशाह कृपा करन, बख्शिश रहमत करन। इथों तक अगली पौड़ी जिहड़ी है वैसे उस संबंध ते इस ही नाल है। पताला पताल लख आगासा आकाश ओढ़ कोड़ कपाल थके वेद कहने की बात। महाराज कहते ने लखां पताल लखां आकाश ने, लोग थक गए ने लब लब के। फिर ये समझ किसी दे विच नहीं पैंदी। महाराज कहते जिन्ना किसी नूं ज्ञान होया उन्ना किसी ने समझिया है। सो ये पौड़ी दी आपां कल नूं विचार करांगे। गुरु नानक देव महाराज कृपा करन 21 पौड़ियां तक संपूर्णता हुई है। सतगुरु महाराज बख्शिश करना थोड़ा जिहा समा गुरमंत्र का जाप करके फिर सतगुरु महाराज जी के चरणों च अरदास बेनती करिए। गुरु कृपा करे
ਕਿ ਸਾਨੂੰ ਸੁਣਨਾ, ਮੰਨਣਾ ਤੇ ਹਿਰਦੇ ਵਿੱਚ ਵਸਾਉਣਾ ਆ ਜਾਏ ਤੇ ਅੰਤਰ ਆਤਮਿਕ ਤੀਰਥ ਵਿੱਚ ਸਾਡਾ ਇਸ਼ਨਾਨ ਹੋ ਸਕੇ। ਆਓ ਪਿਆਰ ਸਤਿਕਾਰ ਨਾਲ ਜਪੋ ਜੀ, ਵਾਹਿਗੁਰੂ 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 ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ ਦੀ ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਭਨਾਂ ਦਾ ਧੰਨਵਾਦ। ਸਤਿਗੁਰੂ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਅਸੀਸ ਬਖਸ਼ੋ, ਮਿਲਾਓ ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਕੈ ਅਰਦਾਸ ਮਾਰੀ ਜਿਉ ਪਿੰਡ ਸਤ